सतनाम करता पुरख निरभौ निर्वैर अकाल मूरत अजूनी सैभं गुर प्रसाद वागुरु 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 सम्मानयोग ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੇ ਹੁਣੇ ਸੁਣਿਆ ਹੈ, ਅੱਜ ਦਾ ਸਾਡਾ ਵਿਚਾਰਾਂ ਦਾ ਵਿਸ਼ਾ ਇਸ ਜਗਤ ਦੇ ਅਖਾੜਾ ਜੋ ਕਰਤਾਰ ਨੇ ਸਿਰਜਿਆ ਹੈ, ਉਹਦੇ ਬਾਰੇ ਅੱਜ ਵਿਚਾਰ ਸਾਂਝੇ ਕਰਾਂਗਾ। ਸਾਹਿਬ ਜੀ ਦੀ ਪਾਵਨ ਬਾਣੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੇਖਦੇ ਹਾਂ। ਇਸ ਵਿੱਚ ਸ਼ਬਦਾਂ ਦੇ ਸੰਗ੍ਰਹਿ, ਸ਼ਲੋਕ, ਵਾਰਾਂ, ਇਹਦੀ ਬਣਤਰ ਵਿੱਚ ਬੜੀ ਵੰਨਗੀ ਹੈ। ਗੁਰੂ ਪਾਤਸ਼ਾਹ ਜੀ ਨੇ, ਗੁਰੂ ਸਾਹਿਬਾਨ ਜੀ ਨੇ ਇੱਕ ਥਾਲ ਪਰੋਸ ਕੇ ਸਾਡੇ ਸਾਹਮਣੇ ਰੱਖ ਦਿੱਤਾ, ਜਿਸ ਵਿੱਚ ਭੋਜਨ ਤਿਆਰ ਰੱਖਿਆ ਹੋਇਆ ਹੈ ਤੇ ਭੋਜਨ ਖਾਣ ਤੇ ਪਹੁੰਚਾਉਣ ਦੀ ਹਦਾਇਤ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਕਰ ਦਿੱਤੀ ਹੈ। 12 ਦੀ ਬਣਤਰ ਦੇ ਵਿੱਚੋਂ ਅਸੀਂ ਵੇਖਦੇ ਹਾਂ, ਆਮ ਤੌਰ ਤੇ ਜੰਗਾਂ, ਯੁੱਧਾਂ ਸਮੇਂ ਸੂਰਮਿਆਂ ਦੇ, ਯੋਧਿਆਂ ਦੇ ਕੀਤੇ ਬਹਾਦਰੀ ਦੇ ਕਾਰਨਾਮਿਆਂ ਨੂੰ ਦਿਲ ਉਭਰਵੀਂ ਕਵਿਤਾ ਵਿੱਚ ਲਿਖਣ ਦਾ ਰਿਵਾਜ ਇਸ ਮਨੁੱਖੀ ਇਤਿਹਾਸ ਵਿੱਚ ਬੜੇ ਚਿਰਾਂ ਤੋਂ ਚੱਲਿਆ ਆਉਂਦਾ ਹੈ, ਬੜੀ ਦੇਰ ਤੋਂ ਤੁਰਿਆ ਆਉਂਦਾ ਹੈ। ਪੰਜਾਬ ਦੇ ਵਿੱਚ ਵੀ ਇਹਨਾਂ ਕਵਿਤਾਵਾਂ ਨੂੰ ਲਿਖਣ ਦਾ ਰਿਵਾਜ ਸੀ, ਜਿਨ੍ਹਾਂ ਨੂੰ ਪੰਜਾਬੀ ਵਿੱਚ ਵਾਰਾਂ ਕਿਹਾ ਜਾਂਦਾ ਹੈ। ਅਹਿਮਦਾਬਾਦ ਦੀ ਜੰਗ ਤੋਂ ਪਿੱਛੋਂ, ਬਾਬਰ ਦੇ ਹਮਲੇ ਤੋਂ ਪਿੱਛੋਂ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇ ਹਨ। ਇਸ ਧਰਤੀ ਤੇ ਬੈਠ ਕੇ ਮਹਾਰਾਜ ਨੇ ਇੱਕ ਵਾਰ ਲਿਖੀ, ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਰਾਗ ਮਲਾਰ ਵਿੱਚ ਦਰਜ ਹੈ। ਇਸ ਵਾਰ ਵਿੱਚ ਸਤਿਗੁਰੂ ਜੀ ਨੇ ਦੱਸਿਆ ਹੈ, ਜਗਤ ਇੱਕ ਅਖਾੜਾ ਹੈ, ਜਗਤ ਇੱਕ ਰਣ ਭੂਮੀ ਹੈ, ਜੋ ਸਿਰਜਣਹਾਰ, ਦਤਾਰ, ਪ੍ਰਭੂ ਕਰਤਾਰ ਨੇ, ਪਰਮੇਸ਼ਰ ਨੇ ਰਚਿਆ ਹੋਇਆ ਹੈ। ਤੇ ਇਸ ਜਗਤ ਅਖਾੜੇ ਵਿੱਚ ਉਸ ਮਾਲਕ ਦੇ ਭੇਜੇ ਹੋਏ ਜੀ ਜੰਤ ਇੱਥੋਂ ਦੇ ਮੱਲ ਹਨ, ਭਲਵਾਨ ਹਨ। ਅਖਾੜਾ ਕਿਸ ਨੂੰ ਕਹਿੰਦੇ ਨੇ? ਜਿੱਥੇ ਕੁਸ਼ਤੀ ਹੁੰਦੀ ਹੈ, ਪਹਿਲਵਾਨ ਕੁਸ਼ਤੀਆਂ ਕਰਦੇ ਹਨ। ਇੱਥੇ ਜੀਵ ਸਾਰੇ ਭਲਵਾਨ ਹਨ, ਮੱਲ ਹਨ। ਛਿੰਝ ਪੈ ਰਹੀ ਹੈ। ਛਿੰਝ ਦਾ
ਪੰਜਾਬੀ ਦਾ ਅਰਥ ਸਮਝਣਾ ਹੋਵੇ, ਆਮ ਤੌਰ ਦੇ ਉੱਤੇ ਜਦੋਂ ਕੁਸ਼ਤੀਆਂ ਦੇ ਮੁਕਾਬਲੇ ਹੁੰਦੇ ਸਨ, ਪਿੰਡਾਂ ਥਾਵਾਂ ਦੇ ਉੱਤੇ ਅੱਜ ਵੀ ਇਹ ਵੇਖਣ ਨੂੰ ਮਿਲਦਾ ਹੈ ਕਿ ਪਿੰਡਾਂ ਥਾਵਾਂ ਤੇ ਅਸੀਂ ਜਾਂਦੇ ਹਾਂ ਤਾਂ ਅੱਜ ਵੀ ਦੇਖਣ ਨੂੰ ਮਿਲਦਾ ਹੈ ਕਿ ਉੱਥੇ ਕੁਸ਼ਤੀਆਂ ਦੇ ਮੁਕਾਬਲੇ ਅੱਜ ਵੀ ਹੁੰਦੇ ਨੇ। ਭਾਵੇਂ ਇੰਟਰਨੈਸ਼ਨਲ ਲੈਵਲ ਤੇ ਵੀ ਰੈਸਲਿੰਗ ਦੇ ਮੁਕਾਬਲੇ ਹੁੰਦੇ ਹਨ, ਪਰ ਪਿੰਡਾਂ ਵਿੱਚ ਇਹਦੀ ਰੰਗ ਤਮਾਸ਼ਾ ਵੱਖਰਾ ਜਿਹਾ ਹੁੰਦਾ ਹੈ। ਉੱਥੇ ਸਾਲਾਂ ਦੇ ਵਿੱਚ ਦਿਨ ਨਿਸ਼ਚਿਤ ਹੁੰਦੇ ਨੇ ਜਦੋਂ ਇਹ ਅਖਾੜੇ ਸਜਾਏ ਜਾਂਦੇ ਹਨ, ਪਹਿਲਵਾਨ ਆ ਕੇ ਕੁਸ਼ਤੀਆਂ ਲੜਦੇ ਹਨ, ਜਿੱਤਣ ਵਾਲੇ ਪਹਿਲਵਾਨਾਂ ਨੂੰ ਸਨਮਾਨਿਆ ਜਾਂਦਾ ਹੈ, ਇਨਾਮ ਦਿੱਤੇ ਜਾਂਦੇ ਹਨ। ਉੱਥੇ ਢੋਲ ਵੱਜਦੇ ਨੇ, ਬੜੇ ਦੇਖਣ ਵਾਲਾ ਨਜ਼ਾਰਾ ਹੁੰਦਾ ਹੈ, ਜਿਹਨੂੰ ਛਿੰਝ ਕਿਹਾ ਜਾਂਦਾ ਹੈ। ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਸੇ ਨਜ਼ਾਰੇ ਨੂੰ ਅੱਖਾਂ ਦੇ ਸਾਹਮਣੇ ਰੱਖ ਕੇ ਇਹ ਬਾਤ ਕੀਤੀ ਹੈ ਕਿ ਇਹ ਪਰਮੇਸ਼ਰ ਨੇ, ਉਸ ਮਾਲਕ ਨੇ, ਉਸ ਕਰਤਾਰ ਨੇ ਇਹ ਜਗਤ ਇੱਕ ਰਣ ਭੂਮੀ ਬਣਾਇਆ ਹੈ, ਇੱਕ ਅਖਾੜਾ ਬਣਾਇਆ ਹੈ। ਇਸ ਜਗਤ ਅਖਾੜੇ ਵਿੱਚ ਭੇਜੇ ਹੋਏ ਜੀ ਜੰਤ ਸਾਰੇ ਉਹਦੇ ਪਹਿਲਵਾਨ ਹਨ, ਮੱਲ ਹਨ। ਛਿੰਝ ਪੈ ਰਹੀ ਹੈ ਤੇ ਮਾਇਆ ਦੇ ਪਹਿਲਵਾਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕਈ ਵਿਰੋਧੀਆਂ ਨਾਲ ਜੀਵਾਂ ਦਾ ਘੋਲ ਹੋ ਰਿਹਾ ਹੈ। ਹੁਣ ਇੱਥੇ ਕੁਸ਼ਤੀ ਕਿਹੜੀ ਹੈ? ਇੱਕ ਪਾਸੇ ਜੀਵ ਹੈ ਤੇ ਇੱਕ ਪਾਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪਹਿਲਵਾਨ ਹਨ। ਇਹਨਾਂ ਦੀ ਆਪੋ ਚ ਹੁਣ ਕੁਸ਼ਤੀ ਹੋ ਰਹੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਜਿਹੜੇ ਜੀਵ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਇਹਨਾਂ ਤੋਂ ਤਕੜੀ ਕੁੱਟ ਖਾਂਦੇ ਹਨ, ਹਾਰਦੇ ਹਨ, ਮਾਰ ਖਾਂਦੇ ਹਨ, ਜਿਹਨੂੰ ਮਨਮੁਖ ਲਫ਼ਜ਼ ਵਰਤਿਆ ਗਿਆ। ਇਹਨਾਂ ਕੋ ਹਾਰ ਖਾਂਦੇ ਹਨ। ਜੋ ਜੀਵ ਮਨ ਦੇ ਪਿੱਛੇ ਤੁਰਦੇ ਹਨ, ਉਹ ਇਹਨਾਂ ਕੋਲੋਂ ਹਾਰ ਖਾ ਲੈਂਦੇ ਨੇ, ਮਾਰ ਖਾਂਦੇ ਨੇ, ਕੁੱਟ ਖਾਂਦੇ ਨੇ। ਪਰ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦੇ ਹਨ, ਉਹ ਗੱਜ ਵੱਜ ਕੇ ਟਾਕਰਾ ਕਰਦੇ ਹਨ। ਉਹ ਗੱਜ ਵੱਜ ਕੇ ਟਾਕਰਾ ਕਰਦੇ ਹਨ ਤੇ ਇਹਨਾਂ ਵੈਰੀਆਂ ਨੂੰ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰੂਪ ਵਿੱਚ ਸਾਡੇ ਸਾਹਮਣੇ ਹਨ, ਜਗਤ ਅਖਾੜੇ ਵਿੱਚ ਹਨ, ਉਹਨੂੰ ਮਾਤ ਦੇ ਦਿੰਦੇ ਹਨ। ਉਹਨਾਂ ਕੋਲੋਂ ਜੀਵਨ ਦੀ ਬਾਜੀ ਜਿੱਤ ਜਾਂਦੇ ਹਨ। ਤਾਂ ਸਤਿਗੁਰੂ ਜੀ ਨੇ ਬੜਾ ਨਜ਼ਾਰਾ ਜਿਹਾ ਖਿੱਚਿਆ। ਕਹਿੰਦੇ ਨੇ, ਪਰਮੇਸ਼ਰ ਨੇ ਆਪ ਹੀ ਛਿੰਝ ਪਵਾ ਕੇ, ਭਾਵ ਜਗਤ ਦੀ ਰਚਨਾ ਰਚ ਕੇ, ਇਹ ਜਗਤ ਮਾਨੋ ਇੱਕ ਪਹਿਲਵਾਨਾਂ ਦੇ ਘੁਲਣ ਦੀ ਥਾਂ ਬਣਾ ਦਿੱਤੀ। ਜੀਵ ਰੂਪੀ ਪਹਿਲਵਾਨ ਇੱਥੇ ਆਉਂਦੇ ਹਨ, ਆਪੋ ਆਪਣਾ ਰੌਲਾ ਪਾਉਂਦੇ ਹਨ ਤੇ ਇੱਥੇ ਬੇਅੰਤ ਜੀਵ ਜਨਮ ਲੈ ਕੇ ਆਏ, ਤੁਰੇ ਜਾ ਰਹੇ ਹਨ। ਇਹਨਾਂ ਵਿੱਚੋਂ ਜੋ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦੇ ਹਨ, ਉਹ ਚੜ੍ਹਦੀ ਕਲਾ ਵਿੱਚ ਹਨ। ਪਰ ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖਾਂ ਨੂੰ ਪਟਕਾ ਕੇ, ਭਾਵ ਮੂੰਹ ਦੇ ਮਾਰ ਸੁੱਟਿਆ ਜਾਂਦਾ ਹੈ। ਜੀਵਾਂ ਵਿੱਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਲੜ ਰਿਹਾ ਹੈ, ਆਪ ਹੀ ਮਾਰ ਰਿਹਾ ਹੈ। ਉਸਨੇ ਆਪ ਹੀ ਛਿੰਝ ਦਾ ਕਾਰਜ ਰਚਿਆ ਹੈ। ਉਹ ਮਾਲਕ ਆਪ ਹੀ ਇਹਦਾ ਸਾਰਾ ਮਾਲਕ ਹੈ। ਮਲਾਰ ਦੀ ਵਾਰ ਦੇ ਬਚਨ ਹਨ, ਆਪ ਜੀ ਦੀ ਸਕਰੀਨ ਦੇ ਉੱਤੇ ਨਾਲੋਂ ਨਾਲ ਆ ਰਹੇ ਹਨ। ਆਪੇ ਛਿੰਝ ਪਵਾਏ, ਮਲਾਖਾੜਾ ਰਚਿਆ, ਲੱਥੇ ਭੜਥੂ ਪਾਏ, ਗੁਰਮੁਖ ਮਚਿਆ, ਮਨਮੁਖ ਮਾਰੇ ਪਛਾੜ, ਮੂਰਖ ਕੱਚਿਆ, ਆਪੇ ਭਿੜੇ ਮਾਰੇ ਆਪ, ਆਪ ਕਾਰਜ ਰਚਿਆ। ਇਹ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਮਲ ਅਖਾੜਾ ਪਹਿਲਵਾਨਾਂ ਦੇ ਘੁਲਣ ਦੀ ਥਾਂ, ਭੜਥੂ ਦਾ ਅਰਥ ਰੌਲਾ, ਆਪੇ ਲੱਥੇ ਭੜਥੂ ਪਾਏ ਦਾ ਅਰਥ ਰੌਲਾ।
ਮਨਮੁਖ ਮਾਰ ਪਛਾੜ, ਮਨਮੁਖ ਮਾਰੇ ਪਛਾੜ, ਮੂਰਖ ਕੱਚਿਆ। ਤਾਂ ਗੁਰੂ ਪਾਤਸ਼ਾਹ ਕਮਾਲ ਦੀ ਗੱਲ ਸਾਨੂੰ ਸਮਝਾਉਂਦੇ ਨੇ ਵੀ ਇੱਥੇ ਕੁਸ਼ਤੀ ਹੋ ਰਹੀ ਹੈ, ਜੀਵ ਪਹਿਲਵਾਨ ਲੜ ਰਹੇ ਹਨ। ਇੱਕ ਪਾਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਮੁਕਾਬਲਾ ਹੈ, ਦੂਜੇ ਪਾਸੇ ਜੀਵ ਨਿਮਾਣਾ ਜਿਹਾ ਹੈ, ਇਹ ਲੜਦਾ ਹੈ। ਤੇ ਜਿਹੜੇ ਜੀਵ ਗੁਰੂ ਦੇ ਸ਼ਰਨ ਵਿੱਚ ਪੈ ਜਾਂਦੇ ਹਨ ਉਹ ਜੀਵਨ ਦੀ ਬਾਜੀ ਜਿੱਤਦੇ ਆ, ਪਰ ਮਨ ਦੇ ਪਿੱਛੇ ਤੁਰਨ ਵਾਲੇ ਜੀਵਨ ਦੀ ਬਾਜੀ ਹਾਰ ਜਾਂਦੇ ਹਨ। ਪਰ ਫਿਰ ਵੀ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ, ਸੰਸਾਰ ਦਾ ਜੇ ਖੇਡ ਅਸੀਂ ਵੇਖਦੇ ਹਾਂ, ਇੱਕ ਸਵਾਦਲੀ ਜੀ ਗੱਲ ਬੜੀ ਇਸ ਅਖਾੜੇ ਵਿੱਚ ਸਾਹਮਣੇ ਆਉਂਦੀ ਹੈ ਕਿ ਇਹ ਕਹਿੰਦੇ ਨੇ, ਗੁਰੂ ਪਾਤਸ਼ਾਹ ਕਹਿੰਦੇ, ਗੁਰੂ ਨਾਨਕ ਸਾਹਿਬ ਜੀ ਵੀ ਇਹ ਕਾਮ ਦੇ, ਇਹ ਮਾਇਆ ਦੇ, ਇਹ ਕ੍ਰੋਧ ਦੇ ਜਿਹੜੇ ਦੁਸ਼ਮਣ ਹਨ, ਇਹ ਵੀ ਤਾਂ ਪ੍ਰਮਾਤਮਾ ਨੇ ਪੈਦਾ ਕੀਤੇ ਹਨ। ਇਸੇ ਵਾਰ ਦੀ ਅਗਲੀ ਪੌੜੀ ਵਿੱਚ ਹੀ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਲਿਖਦੇ ਹਨ, ਦੋਵੇਂ ਤਰਫਾ ਉਪਾਏ ਇੱਕ ਵਰਤਿਆ, ਵੇਦ ਬਾਣੀ ਵਰਤਾਏ, ਅੰਦਰ ਬਾਦ ਘੱਤਿਆ, ਪ੍ਰਵਿਰਤ ਨਿਰਵਿਰਤ ਹਾਠਾ, ਦੋਵੇਂ ਵਿੱਚ ਧਰਮ ਫਿਰੇ ਰਹਿ ਬਾਰਿਆ, ਮਨਮੁਖ ਕੱਚੇ ਕੂੜਿਆਰ, ਤਿਨੀ ਨਿਹਚੋ ਦਰਗਾਹ ਹਾਰਿਆ। ਤੇ ਦਰਗਾਹ ਦੇ ਵਿੱਚ ਹਾਰ ਜਾਂਦੇ ਨੇ। ਹੁਣ ਇਹ ਅਗਲੀ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਬਚਨ ਲਿਖੇ ਹਨ। ਗੁਰੂ ਪਾਤਸ਼ਾਹ ਜੀ ਦੇ ਇਹ ਬੋਲ ਵੀ ਬੜੇ ਕਮਾਲ ਦੇ ਹਨ ਵੀ ਗੁਰਮੁਖਾਂ ਤੇ ਮਨਮੁਖ ਦੋਵਾਂ ਕਿਸਮਾਂ ਦੇ ਜੀਵ ਉਹਨੇ ਪੈਦਾ ਕੀਤੇ, ਦੋਵੇਂ ਤਰਫਾ ਉਪਾਏ, ਦੋਵੇਂ ਤਰਫਾ ਦੋਨੇ ਜੇ ਉਹਦੇ ਪੈਦਾ ਕੀਤੇ ਹਨ। ਤੇ ਪ੍ਰਭੂ ਦੋਨਾਂ ਵਿੱਚ ਮੌਜੂਦ ਹੈ। ਇੱਕ ਵਰਤਿਆ ਮਨ ਇੱਕੋ ਪਰਮੇਸ਼ਰ ਨੇ ਬਣਾਏ ਨੇ। ਧਾਰਮਿਕ ਉਪਦੇਸ਼ ਉਸਨੇ ਆਪ ਹੀ ਪੈਦਾ ਕੀਤੀ ਹੈ। ਵੇਦ ਬਾਣੀ ਵਰਤਾਏ, ਅੰਦਰ ਬਾਤ ਘੱਤਿਆ। ਤੇ ਦੋਨਾਂ ਦੇ ਬਾਅਦ ਵਿਚਾਰ, ਵੀ ਦੋਨਾਂ ਦੇ ਅੰਦਰ ਵਿਚਾਰ ਵੱਖਰੇ ਵੱਖਰੇ ਰੱਖ ਦਿੱਤੇ ਉਸ ਪਰਮੇਸ਼ਰ ਨੇ। ਇੱਕ ਮਨਮੁਖ ਹਨ, ਇੱਕ ਗੁਰਮੁਖ ਹਨ। ਤੁਸੀਂ ਜਗਤ ਅਖਾੜੇ ਵਿੱਚ ਦੋ ਤਰ੍ਹਾਂ ਦੇ ਜੀਵ ਹਨ, ਇੱਕ ਮਨਮੁਖ ਹਨ, ਇੱਕ ਗੁਰਮੁਖ ਹਨ। ਮਨਮੁਖਾਂ ਨੂੰ ਲੜਾਈ ਵਿੱਚ ਹਾਰ ਮਿਲਦੀ ਹੈ, ਗੁਰਮੁਖਾਂ ਨੂੰ ਇਸ ਸੰਸਾਰ ਦੇ ਅਖਾੜੇ ਵਿੱਚੋਂ ਜਿੱਤ ਮਿਲਦੀ ਹੈ। ਇਹ ਝਗੜਾ ਮਾਲਕ ਨੇ ਪਾਇਆ ਹੋਇਆ। ਪਰ ਹੁਣ ਸਤਿਗੁਰੂ ਜੀ ਅੱਗੇ ਜਾ ਕੇ ਕਹਿੰਦੇ ਨੇ, ਪ੍ਰਵਿਰਤ ਨਿਰਵਿਰਤ। ਪ੍ਰਵਿਰਤ ਹੁੰਦਾ ਦੁਨੀਆ ਵਿੱਚ ਮਨ ਦਾ ਫਸ ਜਾਣਾ, ਨਿਰਵਿਰਤ ਹੁੰਦਾ ਦੁਨੀਆ ਵੱਲੋਂ ਮਨ ਦਾ ਵੱਖਰਾ ਰਹਿਣਾ। ਹਾਠਾ ਦਾ ਅਰਥ ਪਾਸਾ, ਤਰਫਾ, ਦੋਨੇ ਪਾਸੇ ਹਾਠਾ, ਦੋਨੇ ਪਾਸੇ ਵਿੱਚ ਧਰਮ ਫਿਰੇ ਰਹਿ ਬਾਰਿਆ। ਰਹਿ ਬਾਰਿਆ ਉਸਦਾ ਰਹਿਬਰ ਵਿਚੋਲਾ। ਰਹਿਬਰ ਦਾ ਇਹਦਾ ਅਰਥ ਹੁੰਦਾ ਵਿਚੋਲਾ। ਤਾਂ ਸਤਿਗੁਰੂ ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾਉਂਦੇ ਨੇ ਵੀ ਗੁਰਮੁਖ ਤੇ ਮਨਮੁਖ ਦੋਵਾਂ ਕਿਸਮਾਂ ਦੇ ਜੀਵ ਪੈਦਾ ਕੀਤੇ ਨੇ, ਦੋਵੇਂ ਪਰਮੇਸ਼ਰ ਨੇ ਆਪ ਬਣਾਏ ਹਨ। ਵੇਦ ਬਾਣੀ ਵੀ ਉਹਨੇ ਆਪ ਪੈਦਾ ਕੀਤੀ ਹੈ। ਗੁਰਮੁਖ ਤੇ ਮਨਮੁਖ ਦੇ ਅੰਦਰ ਵਿਚਾਰ ਵੱਖਰੇ ਵੱਖਰੇ ਪਾਏ ਹਨ। ਝਗੜਾ ਵੀ ਉਸ ਤਰ੍ਹਾਂ ਪਾਇਆ ਹੋਇਆ। ਜਗਤ ਦੇ ਧੰਦਿਆਂ ਵਿੱਚ ਖਚਤ ਹੋਣਾ ਤੇ ਜਗਤ ਦੇ ਧੰਦਿਆਂ ਤੋਂ ਨਿਰਲੇਪ ਰਹਿਣਾ, ਇਹ ਦੋ ਪਾਸੇ ਉਹਨੇ ਮਾਲਕ ਨੇ ਬਣਾ ਦਿੱਤੇ ਹਨ। ਇੱਕ ਪ੍ਰਵਿਰਤ ਹੈ, ਇੱਕ ਨਿਰਵਿਰਤ ਹੈ। ਇਹ ਦੋ ਪਾਸੇ ਉਸ ਮਾਲਕ ਨੇ ਬਣਾ ਦਿੱਤੇ ਹਨ। ਤੇ ਵਿੱਚ ਉਹਨੇ ਧਰਮ ਨੂੰ ਵਿਚੋਲਾ ਬਣਾ ਦਿੱਤਾ ਹੈ। ਭਾਵ ਧਰਮ ਰੂਪ ਹੋ ਕੇ ਦੋਵਾਂ ਦੇ ਵਿੱਚ ਵਿਚੋਲਾ ਬਣਿਆ ਹੋਇਆ। ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਕੂੜ ਦੇ ਵਪਾਰੀ ਹਨ, ਉਹ ਪ੍ਰਭੂ ਦੀ ਦਰਗਾਹ ਵਿੱਚ ਬਾਜੀ ਹਾਰ ਕੇ ਜਾਂਦੇ ਹਨ। ਪਰ ਜਿਨ੍ਹਾਂ ਨੇ ਗੁਰੂ ਦੀ ਮੱਤ ਦਾ ਆਸਰਾ ਲਿਆ, ਉਹ ਗੁਰੂ ਸ਼ਬਦ ਦੀ ਬਰਕਤ ਨਾਲ ਇਸ ਦੇ ਸੂਰਮੇ ਬਣ ਗਏ ਤੇ ਕਾਮ ਕ੍ਰੋਧ ਦੇ ਇਸ ਜਗਤ ਅਖਾੜੇ ਵਿੱਚ ਉਸ ਨੂੰ ਮਾਤ ਪਾ ਦਿੱਤੀ, ਉਹਨੂੰ ਜਿੱਤ ਲਿਆ। ਹੁਣ ਜਗਤ ਸਿਰਜਣਹਾਰ ਮਾਲਕ ਦੀ ਇੱਕ ਖੇਡ ਹੈ, ਪਰ ਜੀਵਾਂ ਵਾਸਤੇ ਰਣ ਭੂਮੀ ਹੈ, ਅਖਾੜਾ ਹੈ।
ਇਹ ਜੰਗ ਦਾ ਮੈਦਾਨ ਹੈ। ਜਿਹੜੇ ਭਾਗਾਂ ਵਾਲੇ ਬੰਦਿਆਂ ਨੂੰ ਇਹ ਸਮਝ ਆ ਗਈ, ਇਹ ਸੂਝ ਆ ਜਾਂਦੀ ਹੈ ਕਿ ਉਹਨਾਂ ਲਈ ਜੀਵਨ ਇੱਕ ਦੌੜ ਭੱਜ ਹੈ, ਇੱਕ ਯੁੱਧ ਹੈ, ਇੱਕ ਅਖਾੜਾ ਹੈ, ਤਾਂ ਫਿਰ ਇੱਕ ਖਿਆਲ ਕਰਨਾ, ਯੁੱਧ ਲੜਾਈ ਜਿੱਤਣ ਦੀ ਖੁਸ਼ੀ ਕਦੀ ਯੁੱਧ ਦੇ ਮੈਦਾਨ ਦੇ ਵਿੱਚ ਨਹੀਂ ਹੁੰਦੀ। ਲੜਾਈ ਜਿੱਤਣ ਦੀ ਖੁਸ਼ੀ ਯੁੱਧ ਖਤਮ ਹੋਣ ਤੋਂ ਬਾਅਦ ਹੁੰਦੀ ਹੈ। ਯੁੱਧ ਜਿੱਤਣ ਦੀ ਖੁਸ਼ੀ ਜਿਹੜੀ ਹੈ ਉਹ ਕਦੀ ਆਪਾਂ ਆਪਣੇ ਇਸ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਕਦੀ ਇਹ ਗੱਲ ਨਹੀਂ ਅੰਦਾਜ਼ਾ ਲਾ ਸਕਦੇ ਸੀ ਜੀਵਨ ਦੀ ਬਾਜੀ ਜਿੱਤ ਗਏ, ਕਿਉਂਕਿ ਅਜੇ ਤਾਂ ਨਾਉ ਜਿਹੜੀ ਸਮੁੰਦਰ ਦੇ ਵਿੱਚ ਹੈ, ਪਤਾ ਨਹੀਂ ਕੀ ਸਮੁੰਦਰ ਵਿੱਚ ਬਚੇਗੀ ਜਾਂ ਡੁੱਬ ਜਾਏਗੀ। ਤਾਂ ਜਿੱਤਣ ਦੀ ਜਿਹੜੀ ਕਹਾਣੀ ਹੈ ਇਹ ਜੀਵਨ ਦੀ ਦੌੜ ਤੇ ਹੀ ਮੁੱਕਦੀ ਹੈ। ਯੁੱਧ ਜਿੱਤਣ ਦੀ ਖੁਸ਼ੀ ਤੇ ਯੁੱਧ ਜਿੱਤਣ ਤੇ ਮੁੱਕਣ ਤੇ ਹੀ ਹੁੰਦੀ ਹੈ। ਇਸ ਤੋਂ ਪਹਿਲਾਂ ਵੈਰੀ ਦਾ ਟਾਕਰਾ ਕਰਨਾ ਤੇ ਔਖਿਆਈਆਂ ਤੇ ਮੁਸ਼ਕਿਲਾਂ ਸਹਾਰਨੀਆਂ ਪੈਂਦੀਆਂ ਹਨ। ਜਿਹੜੇ ਬੰਦੇ ਇਹ ਮੁਸ਼ਕਿਲਾਂ ਨੂੰ ਸਹਾਰਨਾ ਨਹੀਂ ਜਾਣਦੇ, ਜੀਵਨ ਵਿੱਚ ਦੁੱਖਾਂ ਦੀ ਘਾਟੀ ਨੂੰ ਪਾਰ ਕਰਨਾ ਨਹੀਂ ਜਾਣਦੇ, ਜਿਹੜੇ ਦੁੱਖਾਂ ਵੇਲੇ ਹਾਏ 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 ਮਰ ਗਏ ਮਰ ਗਏ ਮਰ ਗਏ ਮਰ ਗਏ ਕਰਦੇ ਰਹਿੰਦੇ ਹਨ, ਅਸਲ ਵਿੱਚ ਉਹ ਪਰਮੇਸ਼ਰ ਦੀ ਉਸ ਫੌਜ ਦੇ ਅੱਗੇ ਆਪਣੇ ਹਥਿਆਰ ਸੁੱਟ ਦਿੰਦੇ ਹਨ। ਜਿਨ੍ਹਾਂ ਨੇ ਇਸ ਮਾਇਆ ਦੇ ਵਿੱਚ ਉਸ ਮਾਲਕ ਦੇ ਰਚੀ ਹੋਈ ਮਾਇਆ ਦੇ ਅੱਗੇ ਆਪਣੇ ਹਥਿਆਰ ਸੁੱਟ ਦਿੱਤੇ, ਉਹ ਫਿਰ ਜੀਵਨ ਦੀ ਬਾਜੀ ਹਾਰ ਜਾਂਦੇ ਹਨ। ਭਗਤ ਕਬੀਰ ਜੀ ਨੇ ਇੱਕ ਕਮਾਲ ਦਾ ਸ਼ਲੋਕ ਲਿਖਿਆ, ਸ਼ਲੋਕ ਨੰਬਰ 181। ਭਗਤ ਜੀ ਦਾ ਇੱਕ ਸ਼ਲੋਕ ਆਉਂਦਾ ਹੈ, ਸ਼ਲੋਕ ਨੰਬਰ 181। ਉਹਦੇ ਵਿੱਚ ਵੀ ਭਗਤ ਜੀ ਨੇ ਬੜਾ ਨਕਸ਼ਾ ਖਿੱਚਿਆ ਇਸ ਜਗਤ ਅਖਾੜੇ ਦਾ, ਉਹ ਵੀ ਬੜਾ ਕਮਾਲ ਦਾ ਹੈ। ਭਗਤ ਜੀ ਨੇ ਦੇਖਿਆ ਜੀਵਨ ਦੇ ਸਹੀ ਸਰੂਪ ਨੂੰ ਤੇ ਆਖਣ ਲੱਗੇ ਵੀ ਜਿਨ੍ਹਾਂ ਨੇ ਮਾਇਆ ਦੇ ਅੱਗੇ ਹਥਿਆਰ ਸੁੱਟ ਦਿੱਤੇ, ਉਹ ਤਾਂ ਬੇਫਿਕਰੀ ਵਿੱਚ ਉਸ ਦੀ ਰਈਅਤ ਵੀ ਦਿਨ ਗੁਜ਼ਾਰਨ ਲੱਗ ਪਏ। ਪਰ ਮੈਨੂੰ ਸਮਝ ਆ ਗਈ ਕਿ ਮੈਂ ਇਹਨਾਂ ਦੇ ਦਾਅ ਥੱਲੇ ਨਹੀਂ ਆਉਣਾ। ਮਾਇਆ ਨੇ ਦਾਅ ਖੇਡਿਆ, ਮਨਮੁਖ ਮਾਇਆ ਦੇ ਦਾਅ ਦੇ ਨਾਲ ਮਿੱਧੇ ਗਏ, ਕੁਚਲੇ ਗਏ, ਉਹ ਤਾਂ ਚੁੱਪ ਕਰਕੇ ਲੰਮੇ ਪੈ ਗਏ, ਬਸ ਅਸੀਂ ਲੱਗੇ ਹਾਰ। ਪਰ ਕਹਿੰਦੇ ਮੈਨੂੰ ਸਮਝ ਆ ਗਈ ਮੈਂ ਇਹਨਾਂ ਦੇ ਦਾਅ ਪੇਚ ਦੇ ਥੱਲੇ ਨਹੀਂ ਆਉਣਾ, ਤਾਂ ਮੈਂ ਦਿਨ ਰਾਤ ਦੀ ਲੜਾਈ ਆਪਣੇ ਗੱਲ ਪਾ ਲਈ। ਇਸ ਜਗਤ ਅਖਾੜੇ ਵਿੱਚ ਉਹਨਾਂ ਨਾਲ ਲੜਾਈ ਲੜ ਰਿਹਾ। ਇਹਦੇ ਅਰਥ ਕਈ ਵਾਰੀ ਕਰਨ ਲੱਗਿਆ ਅਸੀਂ ਬੜਾ ਭੁਲੇਖਾ ਜਿਹਾ ਖਾ ਜਾਂਦੇ ਹਾਂ। ਕਬੀਰ ਜਿਨ੍ਹੋਂ ਕਿਛੂ ਜਾਣਿਆ ਨਹੀਂ, ਤਿਨ ਸੁਖ ਨੀਂਦ ਵਿਹਾਏ। ਇੱਕ ਸ਼ਲੋਕ ਬੜਾ ਕਮਾਲ ਦਾ ਹੈ, ਸਮਝਣ ਵਾਲਾ ਭਾਵ ਰੱਖਦਾ ਹੈ। ਜਿਨ੍ਹੋਂ ਕਿਛ ਜਾਣਿਆ ਨਹੀਂ, ਵੀ ਜਿਨ੍ਹਾਂ ਨੇ ਇਹ ਗੱਲ ਸਮਝੀ ਨਹੀਂ, ਜਿਨ੍ਹਾਂ ਨੂੰ ਇਹ ਗੱਲ ਸਮਝ ਹੀ ਨਹੀਂ ਆਈ, ਜਿਨ੍ਹਾਂ ਨੇ ਗਫਲਤ ਦੀ ਨੀਂਦ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੱਤੀ। ਤੇ ਭਗਤ ਜੀ ਕਹਿੰਦੇ ਹੈ ਕਬੀਰ, ਜਿਨ੍ਹਾਂ ਨੇ ਲੋਕਾਂ ਨੇ ਜੀਵਨ ਦੇ ਇਸ ਭੇਦ ਨੂੰ ਨਹੀਂ ਸਮਝਿਆ, ਇਸ ਅਖਾੜੇ ਦੀ ਭੇਦ ਨੂੰ ਨਹੀਂ ਸਮਝਿਆ, ਬਿਲਕੁਲ ਹੀ ਕਿਛੂ ਹੀ ਨਹੀਂ, ਮਤਲਬ ਰਤਾ ਭਰ ਵੀ ਨਹੀਂ ਜਾਣਿਆ। ਕਹਿੰਦੇ ਨੇ ਫਿਰ ਉਹ ਤਾਂ ਇਸ ਦੁਨੀਆ ਦੀ ਦੁਬਦਾ ਵਿੱਚ, ਸੰਸਿਆਂ ਵਿੱਚ, ਕਠੋਰਤਾ ਵਿੱਚ ਵਿਲਕਦੇ ਹੋਏ ਵੀ ਬੇਪਰਵਾਹੀ ਨਾਲ ਉਮਰ ਗੁਜ਼ਾਰ ਰਹੇ ਹਨ। ਤੇ ਅਸੀਂ ਕੀ ਲੈਣਾ ਦੀ, ਖਾਓ ਪੀਓ ਮੌਜਾਂ ਕਰੋ, ਬਸ ਆਹ ਕੁਛ ਹੀ ਉਹਨਾਂ ਦੀ ਜੀਵਨ ਵਿੱਚ ਹੈ, ਦੁਬਦਾ ਉਹਨਾਂ ਦੀ ਜ਼ਿੰਦਗੀ ਵਿੱਚ ਹੈ। ਉਹਨਾਂ ਨੂੰ ਇਸ ਪਾਸੇ ਦੀ ਸੋਚ ਹੀ ਨਹੀਂ ਵੀ ਅਸੀਂ ਕਰਨ ਕੀ ਆਏ ਹਾਂ ਸੰਸਾਰ ਵਿੱਚ, ਇਸ ਜਗਤ ਅਖਾੜੇ ਵਿੱਚ ਸਾਡਾ ਕੰਮ ਕੀ ਹੈ, ਜਗਤ ਅਖਾੜੇ ਵਿੱਚ ਅਸੀਂ ਲੈਣ ਕੀ ਆਏ ਹਾਂ। ਪਰ ਭਗਤ ਜੀ ਕਹਿੰਦੇ ਨੇ ਵੀ ਹਮਹੂ ਜੋ ਬੁੱਝਾ ਬੁੱਝਣਾ, ਪੂਰੀ ਪਰੀ ਬੁਲਾਏ। ਹੁਣ ਇੱਥੇ ਗੱਲ ਸਮਝਣ ਵਾਲੀ ਹੈ। ਭਗਤ ਜੀ ਕਹਿੰਦੇ ਬਈ ਦੇਖੋ, ਸਾਨੂੰ ਜਦੋਂ ਸਮਝ ਆ ਗਈ, ਇਹ ਗੱਲ ਸਮਝ ਆ ਗਈ ਵੀ ਜਗਤ ਦੇ ਸੰਸਿਆਂ ਦਾ ਟਾਕਰਾ ਕਰਨ ਦੀ ਫਿਰ ਔਖੀ ਜਿਹੜੀ ਕਹਾਣੀ ਹੈ, ਇਹ ਮੇਰੀ ਜ਼ਿੰਦਗੀ ਚੋਂ ਕਦੀ ਵਿਸਰਦੀ ਨਹੀਂ। ਹੁਣ ਮੈਂ ਟਾਕਰਾ ਕਰਨਾ ਹੈ, ਮੈਂ ਕੁਸ਼ਤੀ ਲੜਨੀ ਹੈ, ਇਹ ਗੱਲ ਸਮਝ ਕੇ ਨਾ ਆਉਂਦੀ ਹੈ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ, ਜਿਹੜੇ ਗੁਰੂ ਦੀ ਸ਼ਰਨ ਤੋਂ ਬੇਮੁਖ ਨੇ, ਮਨਮੁਖ ਨੇ। ਹੁਣ ਪੂਰੀ ਪਈ ਬੁਲਾਏ ਤੋਂ ਕਿਤੇ ਇਹ ਨਾ ਸਮਝ ਲਈਏ ਕਿ ਕਬੀਰ ਜੀ ਇਸ ਰਾਹ ਤੇ ਤੁਰਨਾ ਹੀ ਪਸੰਦ ਨਹੀਂ ਕਰਦੇ।
ਕਬੀਰ ਜੀ ਦਾ ਭਾਵ ਇਹ ਹੈ ਕਿ ਲੋਕ ਤਾਂ ਇਹਨਾਂ ਵੈਰੀਆਂ ਦੇ ਕਾਮ ਦੇ ਵਿਕਾਰਾਂ ਦੀਆਂ ਸੱਟਾਂ ਖਾਂਦੇ, ਹਾਏ ਹਾਏ ਕਰਦੇ, ਤੜਫਦੇ ਬਿਲਕਦੇ ਵੀ ਬੇਪਰਵਾਹ ਬਣੇ ਹੋਏ ਹਨ, ਪਰ ਮੈਂ ਦਿਨ ਰਾਤ ਇਹਨਾਂ ਦਾ ਟਾਕਰਾ ਕਰ ਰਿਹਾ। ਇਹ ਕੰਮ ਹੈ ਬੜਾ ਔਖਾ, ਇਹ ਕੰਮ ਹੈ ਬੜਾ ਔਖਾ। ਪੂਰੀ ਪਈ ਬੁਲਾਏ ਵੀ ਇਹ ਬਲਾ ਮੇਰੇ ਗਲ ਵਿੱਚ ਪੈ ਗਈ। ਭਾਵ ਜਗਤ ਦੇ ਸੰਸਿਆਂ ਦਾ ਟਾਕਰਾ ਕਰਨ ਦੀ ਇਹ ਔਖੀ ਕਾਰ ਮੇਰੇ ਗਲ ਵਿੱਚ ਪੈ ਗਈ। ਪੂਰੀ ਪਈ ਬੁਲਾਏ ਵੀ ਜਗਤ ਦੇ ਇਸ ਅਖਾੜੇ ਵਿੱਚ ਇਹਨਾਂ ਦਾ ਟਾਕਰਾ ਕਰਨ ਦੀ ਇੱਕ ਔਖੀ ਕਾਰ ਹੈ ਜੋ ਮੇਰੇ ਗਲ ਵਿੱਚ ਪੈ ਗਈ। ਭਾਵ ਮੈਂ ਉਹਨਾਂ ਨਾਲ ਲੜ ਰਿਹਾ ਹਾਂ। ਤੇ ਨਾਲ ਹੀ ਭਗਤ ਜੀ ਅਗਲੇ ਜਿਹੜੇ ਸ਼ਲੋਕ ਲਿਖੇ ਉਹਦੇ ਵਿੱਚ ਵੀ ਗੱਲ ਬੜੀ ਪਿਆਰ ਦੀ ਸਮਝਾਉਂਦੇ ਨੇ ਕਿ ਜਿਨ੍ਹਾਂ ਮਨੁੱਖਾਂ ਨੂੰ ਇਹ ਸੰਸੇ ਦੀ ਮਾਰ ਜਿਹੜੀ ਹੈ, ਵਿਕਾਰਾਂ ਦੀ ਮਾਰ ਜਿਹੜੀ ਹੈ ਉਹ ਪੈਂਦੀ ਰਹਿੰਦੀ ਹੈ, ਉਹ ਬਹੁਤ ਹਾਹਾਕਾਰ ਕਰਦੇ ਨੇ। ਜਿਉਂ ਪੀੜ ਉੱਠਦੀ ਹੈ ਤਿਉਂ ਹੋਰ ਦੁਖੀ ਹੁੰਦੇ ਨੇ। ਹੁਣ ਇਹ ਗੱਲ ਸਮਝਦੇ ਨਹੀਂ। ਵਿਕਾਰਾਂ ਦੀ ਇਸ ਖੇਡ ਖੇਡਣ ਦੇ ਵਿੱਚ ਜਿਵੇਂ ਜਿਵੇਂ ਉਹ ਗੇੜ ਖੇਡਦੇ ਨੇ, ਜਿਵੇਂ ਜਿਵੇਂ ਇਹਨਾਂ ਤੋਂ ਹਾਰੀ ਜਾਂਦੇ ਨੇ, ਉਹਨਾਂ ਦਾ ਆਤਮਿਕ ਜੀਵਨ ਜਿਹੜਾ ਹੈ ਉਹ ਮੁਰਦਾ ਦੀ ਛਾਈ ਰਹਿੰਦੀ ਹੈ। ਮੁਰਦੇ ਛਾਈ ਹੋਈ ਆਤਮਿਕ ਜੀਵਨ ਦੇ ਵਿੱਚੋਂ ਉਹ ਕਦੀ ਆਨੰਦ ਨਹੀਂ ਲੈ ਸਕਦੇ, ਜੀਵਨ ਦਾ ਆਨੰਦ ਨਹੀਂ ਲੈ ਸਕਦੇ। ਕਹਿੰਦੇ ਨੇ ਫਿਰ ਵੀ ਉਹ ਮਾਇਆ ਦਾ ਖਹਿੜਾ ਨਹੀਂ ਛੱਡਣਾ ਚਾਹੁੰਦੇ, ਮਾਇਆ ਦਾ ਖਹਿੜਾ ਫਿਰ ਵੀ ਨਹੀਂ ਛੱਡਣਾ ਚਾਹੁੰਦੇ। ਪਰ ਭਗਤ ਜੀ ਕਹਿੰਦੇ ਮੈਨੂੰ ਤਾਂ ਗੁਰੂ ਦੇ ਸ਼ਬਦ ਦੀ ਵੱਜ ਗਈ ਚੋਟ, ਮੈਨੂੰ ਤਾਂ ਗੁਰੂ ਦੇ ਸ਼ਬਦ ਦੀ ਚੋਟ ਵੱਜ ਗਈ ਹੈ। ਉਹ ਸ਼ਬਦ ਨੇ ਹੁਣ ਮੇਰਾ ਦਿਲ ਨੂੰ ਵਿੰਨ ਲਿਆ, ਐਸਾ ਤੀਰ ਵੱਜਿਆ ਨੇ ਮੇਰੇ ਦਿਲ ਨੂੰ ਵਿੰਨ ਲਿਆ। ਹੁਣ ਮੈਂ ਇੱਕ ਟਿਕਾਣੇ ਤੇ ਲੱਗ ਗਿਆ, ਹੁਣ ਮੈਨੂੰ ਟਿਕਾਣਾ ਮਿਲ ਗਿਆ, ਹੁਣ ਮੈਂ ਥਾਂ ਸੇ ਟਿਕ ਗਿਆ, ਹੁਣ ਮੈਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਹੁਣ ਮੈਨੂੰ ਇਹ ਸੰਸ਼ੇ ਤੇ ਇਹ ਵਿਕਾਰ ਦੁਖੀ ਨਹੀਂ ਕਰਦੇ, ਹੁਣ ਮੇਰਾ ਇਹਨਾਂ ਨਾਲ ਛੁਟਕਾਰਾ ਹੋ ਗਿਆ। ਤੇ ਹੁਣ ਕਹਿੰਦੇ ਗੁਰੂ ਦੇ ਸ਼ਬਦ ਦੇ ਜਿਹੜਾ ਝੂਠ ਹੈ, ਸੱਟ ਹੈ, ਉਹ ਸੱਟ ਵਿੱਚੋਂ ਵੀ ਮੈਨੂੰ ਆਨੰਦ ਆ ਰਿਹਾ ਹੈ। ਅਸਲ 'ਚ ਉਹੀ ਸੁੱਖ ਦੇਣ ਵਾਲੀ ਹੈ। ਉਹ ਸ਼ਬਦ ਦੀ ਚੋਟ ਜਿਹੜੀ ਹੈ ਸੁੱਖ ਦੇਣ ਵਾਲੀ ਹੈ, ਤੇ ਉਸ ਸ਼ਬਦ ਦੀ ਲੱਗੀ ਹੋਈ ਚੋਟ ਨਾਲ ਹੀ ਮੇਰੇ ਜੀਵਨ ਵਿੱਚ ਆਨੰਦ ਬਣ ਗਿਆ। ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜਦੀ ਹੈ ਉਹ ਤਾਂ ਫਿਰ ਤਰਲੇ ਕਰਦਾ ਹੈ। ਤੇ ਸੱਚਮੁੱਚ ਜਿਹਦੇ ਅੰਦਰ ਚੋਟ ਵੱਜਦੀ ਹੈ ਉਹਦੇ ਅੰਦਰ ਆਪਣੇ ਪ੍ਰੀਤਮ ਨੂੰ ਮਿਲਣ ਦੀ ਤਾਂਘ ਵੀ ਉੱਠ ਖੜਦੀ ਹੈ। ਉਹ ਆਪਣੇ ਪ੍ਰੀਤਮ ਦੇ ਮਿਲਣ ਦੀ ਅੰਦਰੋਂ ਤੜਫ ਵੀ ਉੱਠ ਖੜਦੀ ਹੈ, ਅੰਦਰੋਂ ਬਿਲਕਦਾ ਹੈ, ਤੜਫਦਾ ਹੈ, ਪੁਕਾਰਾਂ ਕਰਦਾ ਹੈ। ਬਿਰਹਾ ਵਿੱਚ ਭਿੱਜੀ ਹੋਈ ਨਾਰ ਵਾਂਗੂ ਆਪਣੇ ਪਤੀ ਨੂੰ ਮਿਲਣ ਲਈ ਤੜਫਦੀ ਹੈ ਉਹ ਜੀਵਨ ਰੂਪੀ ਇਸਤਰੀ। ਤੇ ਇਹ ਭਾਗਾਂ ਵਾਲੇ ਮਨੁੱਖ ਹਨ ਜਿਨ੍ਹਾਂ ਨੂੰ ਗੁਰੂ ਸ਼ਬਦ ਦੀ ਚੋਟ ਵੱਜਦੀ ਹੈ। ਭਗਤ ਜੀ ਕਹਿੰਦੇ ਮੈਂ ਉਸ ਮਨੁੱਖ ਨੂੰ ਦਾਸ ਬਣ ਜਾਵਾਂ, ਉਹਦਾ ਸੇਵਕ ਬਣ ਜਾਵਾਂ, ਜਿਸ ਮਨੁੱਖ ਨੇ ਉਸ ਸ਼ਬਦ ਦੀ ਚੋਟ ਨਾਲ ਆਪਣੇ ਉਸ ਪਰਮੇਸ਼ਰ ਨੂੰ ਮਿਲਣ ਦੀ ਅੰਦਰ ਤਾਂਘ ਪੈਦਾ ਕਰ ਲਈ। ਲੋ ਹੁਣ ਸਮਝਣ ਦੀ ਗੱਲ ਕੀ ਹੈ, ਇਸ ਜਗਤ ਅਖਾੜੇ ਵਿੱਚ ਕੁਝ ਲੋਕ ਇਹੋ ਜਿਹੇ ਹਨ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ ਲੜਨ ਦੀ ਬਜਾਏ ਉਹਨਾਂ ਦੀ ਅਧੀਨਗੀ ਨੂੰ ਕਬੂਲ ਕਰ ਲੈਂਦੇ ਹਨ, ਉਹਨਾਂ ਦੀ ਅਧੀਨਗੀ ਨੂੰ ਪ੍ਰਵਾਨ ਕਰ ਲੈਂਦੇ ਹਨ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇਹੋ ਚੀਜ਼ਾਂ ਹੀ ਆ ਕੇ ਵਸ ਜਾਂਦੀਆਂ ਨੇ। ਜਿਹੜੇ ਬੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਰੂਪੀ ਪਹਿਲਵਾਨਾਂ ਦੀ ਅਧੀਨਗੀ ਨੂੰ ਕਬੂਲ ਕਰ ਲੈਂਦੇ ਹਨ, ਸਮਝੋ ਉਹ ਜੀਵਨ ਦੀ ਬਾਜੀ ਹਾਰ ਗਏ ਹਨ, ਉਹ ਜੀਵਨ ਦੀ ਬਾਜੀ ਵਿੱਚ ਚਿੱਤ ਹੋ ਗਏ ਹਨ। ਜਿਵੇਂ ਪਹਿਲਵਾਨ ਚਿੱਤ ਹੋ ਕੇ ਥੱਲੇ ਡਿੱਗ ਪੈਂਦਾ, ਇਸ ਤਰ੍ਹਾਂ ਉਹਨਾਂ ਨੂੰ ਉਹਨਾਂ ਵਿਕਾਰਾਂ ਨੇ ਚਿੱਤ ਕਰ ਦਿੱਤਾ ਹੈ। ਦੂਜੇ ਪਾਸੇ ਉਹ ਹਨ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜਦੀ ਹੈ, ਉਹਨਾਂ ਦਾ ਦਿਲ ਵਿੰਨਿਆ ਜਾਂਦਾ ਹੈ, ਤੇ ਉਸ ਵਿੰਨੇ ਹੋਏ ਦਿਲ ਦੇ ਨਾਲ ਫਿਰ ਜਿਹੜੀ ਗੱਲ ਕਹਿੰਦੇ ਨੇ ਭਗਤ ਜੀ ਕਹਿੰਦੇ ਨੇ ਵੀ ਜਿਹੜੀ ਅਗਲੀ ਕਹਾਣੀ ਹੈ ਉਹ ਇਦੋਂ ਵੀ ਕਮਾਲ ਦੀ ਹੈ। ਕਹਿੰਦੇ ਨੇ ਜਿਨ੍ਹਾਂ ਨੂੰ ਫਿਰ ਸ਼ਬਦ ਦੀ ਚੋਟ ਵੱਜਦੀ ਹੈ ਨਾ, ਉਹ ਫਿਰ ਪੀੜਾ ਵੀ ਬੜੀ ਹੁੰਦੀ ਹੈ, ਪਰ ਉਸ ਪੀੜ ਵਿੱਚ ਵੀ ਸਵਾਦ ਹੈ। ਉਸ ਪੀੜ ਦੇ ਉਹ ਨਹੀਂ ਹੈ ਜਿਹੜੀ ਪੀੜ ਉਹ ਹੁੰਦੀ ਹੈ, ਇਹ ਪੀੜ ਦਾ ਆਨੰਦ ਵੱਖਰਾ ਹੈ। ਵੱਜਦੇ ਸ਼ਬਦ ਦੇ ਤੀਰ ਦੀ ਪੀੜ ਹੁੰਦੀ ਹੈ, ਲੇਕਿਨ ਅੰਦਰ ਇੱਕ ਆਨੰਦ ਜਿਹਾ ਬਣ ਜਾਂਦਾ ਹੈ। ਹੁਣ ਆਪਣੇ ਪਿਆਰੇ ਨੂੰ ਮਿਲਣ ਦੀ ਫਿਰ ਕਹਿੰਦੇ ਤਾਂਘ ਪੈਦਾ ਹੋ ਜਾਂਦੀ ਹੈ। ਦੋ ਸ਼ਲੋਕ ਭਗਤ ਜੀ ਨੇ ਫਿਰ ਇਸ ਤੋਂ ਅੱਗੇ ਲਿਖੇ, ਸ਼ਲੋਕ ਨੰਬਰ 182 ਤੇ 183। ਤੇ ਭਗਤ ਜੀ ਕਹਿੰਦੇ ਨੇ ਵੀ ਜਿਸ ਮਨੁੱਖ ਨੂੰ ਇਹ ਸੰਸਿਆਂ ਦੀ, ਵਿਕਾਰਾਂ ਦੀ ਮਾਰ ਪੈਂਦੀ ਹੈ ਉਹ ਬਹੁਤ ਹਾਹਾਕਾਰ ਕਰਦਾ ਹੈ, ਪਰ ਜਿਉਂ-ਜਿਉਂ ਪੀੜ ਉੱਠਦੀ ਹੈ ਤਿਉਂ-ਤਿਉਂ ਹੋਰ ਦੁਖੀ ਹੁੰਦਾ ਹੈ, ਪਰ ਫਿਰ ਵੀ ਮਾਇਆ ਦਾ ਪਹਿਲਾ ਖਹਿੜਾ ਨਹੀਂ ਛੱਡਦਾ, ਮਾਇਆ ਦਾ ਸਾਥ ਨਹੀਂ ਛੱਡਦਾ। ਕਹਿੰਦੇ ਨੇ ਮੈਨੂੰ ਤਾਂ ਕਬੀਰ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜ ਗਈ ਹੈ, ਜਿਸ ਨੇ ਮੇਰਾ ਦਿਲ ਵਿੰਨ ਲਿਆ। ਇਸ ਸ਼ਲੋਕ ਆਪ ਜੀ ਦੀ ਸਕਰੀਨ ਦੇ ਉੱਤੇ ਹੈ।
ਸ਼ਲੋਕ ਨੰਬਰ 182 ਨੂੰ ਜ਼ਰਾ ਧਿਆਨ ਨਾਲ ਪੜੋ। ਕਹਿੰਦੇ ਨੇ ਮੇਰਾ ਦਿਲ ਵਿੰਨ ਲਿਆ, ਹੁਣ ਮੈਂ ਥਾਂ ਸਿਰ ਪ੍ਰਭੂ ਚਰਨਾਂ ਵਿੱਚ ਆ ਕੇ ਟਿਕ ਗਿਆ ਹਾਂ। ਹੁਣ ਮੈਨੂੰ ਜਿਹੜੇ ਸੰਸੇ ਆਦਿਕ ਨੇ ਇਹ ਦੁਖੀ ਨਹੀਂ ਕਰ ਸਕਦੇ। ਤੇ ਸ਼ਲੋਕ ਹੈ, ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ ਲੱਗੀ ਚੋਟ ਮਰਮ ਕੀ, ਰਿਹੋ ਕਬੀਰਾ ਠੌਰ। ਠੌਰ ਦਾ ਅਰਥ ਹੁੰਦਾ ਟਿਕਾਣਾ। ਤੋ ਭਗਤ ਜੀ ਕਹਿੰਦੇ ਕੀ ਨੇ, ਮਾਰੇ ਮਾਰੇ ਕਿਹੜੀ ਮਾਰ ਪੈ ਗਈ, ਵਿਕਾਰਾਂ ਦੀ ਮਾਰ। ਕਹਿੰਦੇ ਕਬੀਰ ਮਾਰੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮਾਰ ਖਾਂਦੇ ਨੇ। ਬਹੁਤ ਪੁਕਾਰਿਆ, ਬੜੀ ਹਾਹਾਕਾਰ ਮਚੀ ਹੋਈ ਹੈ ਜੀਵਨ ਦੇ ਇਸ ਖੇਡ ਦੇ ਵਿੱਚ, ਬੜੇ ਦੁਖੀ ਹੁੰਦੇ ਹਨ। ਪੁਕਾਰਿਆ ਦਾ ਅਰਥ ਹੈ ਦੁਖੀ ਹੋਣਾ। ਪੀਰ ਪੁਕਾਰੇ ਔਰ, ਤੇ ਇਸ ਜਿਉਂ-ਜਿਉਂ ਉਹਨਾਂ ਨੂੰ ਇਹ ਸੰਸ਼ੇ ਵੱਧਦੇ ਜਾਂਦੇ ਹਨ, ਹੋਰ ਦੁਖੀ ਹੁੰਦੇ ਤੁਰੇ ਜਾਂਦੇ ਹਨ। ਪੀਰ ਪੁਕਾਰੇ ਹੋਰ, ਪੀੜਾ ਵੱਧਦੀ ਜਾਂਦੀ ਹੈ। ਲਾਗੀ ਚੋਟ ਲਾਗੀ ਚੋਟ ਮਰਮ ਕੀ, ਰਿਹੋ ਕਬੀਰਾ ਠੌਰ। ਹੁਣ ਭਗਤ ਜੀ ਕਹਿੰਦੇ ਨੇ ਵੀ ਮੈਨੂੰ ਤਾਂ ਸ਼ਬਦ ਦੀ ਚੋਟ ਵੱਜ ਗਈ ਹੈ। ਮਰਮ ਕੀ, ਦਿਲ ਨੂੰ ਵਿੰਨਣ ਵਾਲੀ, ਜਿਹੜੇ ਦਿਲ ਨੂੰ ਛੇਕ ਕਰ ਦਿੰਦੀ ਹੈ, ਦਿਲ ਨੂੰ ਵਿੰਨ ਲੈਂਦੀ ਹੈ, ਦਿਲ ਨੂੰ ਛੇਕ ਕਰਨ ਵਾਲੀ। ਰਿਹੋ ਕਬੀਰਾ ਠੌਰ ਦਾ ਟਿਕਾਣੇ ਸਿਰ। ਕਹਿੰਦੇ ਐਸਾ ਸ਼ਬਦ ਦਾ ਮੈਨੂੰ ਚੋਟ ਵੱਜ ਗਈ ਕਿ ਹੁਣ ਮੈਂ ਜਗਤ ਅਖਾੜੇ ਵਿੱਚ ਇੱਕ ਟਿਕਾਣੇ ਤੇ ਆ ਕੇ ਟਿਕ ਗਿਆ। ਮੈਨੂੰ ਪਤਾ ਹੈ ਮੈਂ ਕਿਹੜੀ ਕੁਸ਼ਤੀ ਲੜਨੀ ਹੈ, ਕਿਹਦੇ ਨਾਲ ਮੈਂ ਕਿਹੜੇ ਪਹਿਲਵਾਨਾਂ ਨਾਲ ਜੰਗ ਲੜਨੀ ਹੈ, ਕਿਹੜੇ ਪਹਿਲਵਾਨ ਮੈਨੂੰ ਦੁਖੀ ਕਰਦੇ ਨੇ, ਕਿਹੜੇ ਪਹਿਲਵਾਨ ਮੇਰੇ ਜੀਵਨ ਨੂੰ ਬਰਬਾਦ ਕਰ ਰਹੇ ਹਨ। ਕਹਿੰਦੇ ਮੈਨੂੰ ਸਾਰੀ ਗੱਲ ਸਮਝ ਆ ਗਈ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ ਲੱਗੀ ਚੋਟ ਮਰਮ ਕੀ, ਰਿਹੋ ਕਬੀਰਾ ਠੌਰ। ਹੁਣ ਕਹਿੰਦੇ ਮੈਂ ਤਾਂ ਟਿਕਾਣੇ ਤੇ ਲੱਗ ਗਿਆ, ਮੇਰਾ ਤਾਂ ਜਿਹੜਾ ਟਿਕਾਣਾ ਬਣ ਗਿਆ। ਪਰ ਅੱਗੇ ਹੁਣ ਫਿਰ ਕਹਿੰਦੇ ਨੇ ਕਬੀਰ ਚੋਟ ਸੁਹੇਲੀ ਸੇਲ ਕੀ। ਸੇਲ ਦਾ ਅਰਥ ਹੁੰਦਾ ਨੇਜਾ। ਸਿਰਾ ਨੇਜਾ ਕਿਹੜਾ, ਗੁਰੂ ਦੇ ਸ਼ਬਦ ਰੂਪੀ ਨੇਜਾ। ਬੜੇ ਡੀਪਲੀ ਭਾਵ ਜਿਹੜੇ ਸਲੋਕਾਂ ਦੇ ਆ। ਭਗਤ ਕਬੀਰ ਜੀ ਦੇ ਪਿੱਛੇ MP ਸਿੰਘ ਜੀ ਜਦੋਂ ਵਿਚਾਰਾ ਕਰਦੇ ਸੀ ਇਹਨਾਂ ਸਲੋਕਾਂ ਦੀਆਂ, ਤੇ ਬੜਾ ਆਨੰਦ ਆਉਂਦਾ ਜੇ ਸਮਝ ਆ ਜਾਂਦੀ ਜਦੋਂ ਸੁਣਦੇ ਸਾਂ ਅਰਥ। ਤੇ ਉਥੋਂ ਜਦੋਂ ਸਲੋਕਾਂ ਦੇ ਭਾਵ ਅਰਥ ਜਦੋਂ ਸੁਣਦੇ, ਵਿਚਾਰ ਕੀਤੀ ਇਹਨਾਂ ਨੇ, ਸੁਣੀ, ਤੇ ਉਹਦੇ ਵਿੱਚੋਂ ਹੀ ਇਹ ਸਲੋਕ ਜਿਹੜੇ ਹਨ ਉਦੋਂ ਦੇ ਥੋੜੇ ਬਹੁਤੇ ਦਿਮਾਗ ਵਿੱਚ ਘੁੰਮਦੇ ਸਨ ਵੀ ਕੀ ਜਗਤ ਅਖਾੜੇ ਦੀ ਗੱਲ ਭਗਤ ਜੀ ਨੇ ਕੀਤੀ ਹੈ, ਜੋ ਅੱਜ ਮੈਂ ਆਪ ਜੀ ਦੇ ਨਾਲ ਸਾਂਝੇ ਕਰ ਰਿਹਾ ਹਾਂ। ਤੇ ਉਹ ਕਬੀਰ ਜੀ ਕਹਿੰਦੇ ਕਬੀਰ ਚੋਟ ਸੁਹੇਲੀ ਸੇਲ ਕੀ। ਸੁਹੇਲੀ ਦਾ ਅਰਥ ਦਾ ਸੁੱਖ ਦੇਣ ਵਾਲੀ, ਸੇਲ ਦਾ ਅਰਥ ਹੈ ਨੇਜਾ। ਨੇਜਾ ਕਿਹੜਾ, ਸ਼ਬਦ ਰੂਪੀ ਨੇਜਾ। ਤਾਂ ਕਬੀਰ ਜੀ ਕਹਿੰਦੇ ਨੇ ਵੀ ਹੇ ਕਬੀਰ ਜੀ, ਕਬੀਰ ਕਹਿੰਦੇ ਹੈ ਕਬੀਰ ਗੁਰੂ ਦੇ ਸ਼ਬਦ ਰੂਪੀ ਨੇਜੇ ਦੀ ਸੱਟ ਬੜੀ ਸੁਖਦਾਈ ਹੈ। ਭਾਵੇਂ ਪੀੜਾ ਹੈ ਪਰ ਇਸ ਪੀੜਾ ਵਿੱਚ ਆਨੰਦ ਹੈ, ਇਸ ਪੀੜਾ ਵਿੱਚ ਸੁੱਖ ਹੈ। ਜਿਹੜੀ ਚੋਟ ਦੂਜੀ ਸੀ ਉਹਦੇ ਚ ਕਲਪਨਾ ਹੈ। ਇੱਕ ਪਾਸੇ ਵਿਕਾਰਾਂ ਦੀ ਚੋਟ ਹੈ, ਇੱਕ ਪਾਸੇ ਸ਼ਬਦ ਦੀ ਚੋਟ ਹੈ। ਜਿਹੜੀ ਉਹ ਚੋਟ ਹੈ ਉਹ ਕੁਰਲਾਟ ਪੈਦਾ ਕਰਦੀ ਹੈ, ਇਹ ਜਿਹੜੀ ਚੋਟ ਹੈ ਅੰਦਰ ਆਨੰਦ ਪੈਦਾ ਕਰਦੀ ਹੈ। ਹੁਣ ਜਗਤ ਅਖਾੜੇ ਵਿੱਚ ਇਹ ਫੈਸਲਾ ਸਾਡੇ ਹੱਥ ਵਿੱਚ ਹੈ। ਅਸੀਂ ਕਿਹੜੀ ਚੋਟ ਸਾਨੂੰ ਲੱਗਣੀ ਚਾਹੀਦੀ ਤੇ ਕਿਹੜੀ ਚੋਟ ਨਹੀਂ ਲੱਗਣੀ ਚਾਹੀਦੀ। ਹੁਣ ਗੱਲ ਜਗਤ ਦਾ ਅਖਾੜਾ ਤਾਂ ਹੈ, ਅਸੀਂ ਵੀ ਆਏ ਹਾਂ ਦੁਨੀਆ ਵਿੱਚ, ਜਗਤ ਅਖਾੜੇ ਵਿੱਚ ਖੇਡ ਖੇਡਣ ਲਈ ਆਏ ਹਾਂ। ਸਾਡੇ ਅੱਗੇ ਵੀ ਕਾਮ ਕ੍ਰੋਧ ਲੋਭ ਹੰਕਾਰ ਦੇ ਅੱਗੇ ਤੁਰੇ ਫਿਰਦੇ ਹਨ। ਇੱਕ ਪਾਸੇ ਗੁਰੂ ਦਾ ਸ਼ਬਦ ਹੈ। ਹੁਣ ਜਿਨ੍ਹਾਂ ਨੂੰ ਤਾਂ ਸ਼ਬਦ ਦੀ ਚੋਟ ਵੱਜ ਗਈ, ਕਹਿੰਦੇ ਨੇ ਉਹ ਬੜੀ ਸੁਹੇਲੀ ਹੈ, ਸੁੱਖ ਦੇਣ ਵਾਲੀ ਹੈ। ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ। ਉਸਾਸ ਦਾ ਅਰਥ ਤਾਂ ਲੰਬੇ ਸਾਹ ਲੈਣੇ, ਉਸਾਸ ਲੋਚਨ ਭਰੀ ਲੈ ਉਸਾਸਾ, ਡੂੰਘੇ ਸਾਹ ਕਹਿੰਦੇ ਨਾ, ਬੜੇ ਠੰਡੇ ਸਾਹ ਲੈਣੇ, ਹੋਕੇ ਲੈਣੇ, ਉਸਾਸਾ ਨੂੰ ਕਹਿੰਦੇ ਨੇ। ਉਹ ਕਹਿੰਦੇ ਪ੍ਰਭੂ ਦੇ ਪਿਆਰ ਨੂੰ ਮਿਲਣ ਦੀ ਤਾਂਘ, ਉਸਾਸ, ਉਹਦੇ ਮਿਲਣ ਦੀ ਇੱਛਾ, ਪ੍ਰਭੂ ਦੇ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਤੇ ਭਗਤ ਜੀ ਕਹਿੰਦੇ ਦੇਖੋ ਬਈ, ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ। ਜਦੋਂ ਲੱਗਦੀ ਹੈ ਨਾ ਫਿਰ ਇਹ ਸ਼ਬਦ ਦੀ ਜਿਹੜੀ ਚੋਟ ਹੈ, ਇਹ ਨੇਜੇ ਦਾ ਸੱਟ ਜਿਹੜਾ ਹੈ, ਨੇਜੇ ਦਾ ਜਿਹੜਾ ਫੱਟ ਹੈ, ਐਸੀ ਚੋਟ ਮਾਰਦਾ ਕਿ ਅੰਦਰ ਉਹਦੇ ਮਿਲਾਪ ਦੀ ਤਾਂਘ ਉੱਠ ਜਾਂਦੀ ਹੈ। ਉਸਾਸ, ਹਾਏ ਪ੍ਰਭੂ ਕਦੋਂ ਮਿਲੇਗਾ, ਕਦੋਂ ਮਿਲੇਗਾ, ਕਦੋਂ ਘਰ ਆਵੇਗਾ। ਫਿਰ ਤੋਂ ਇਹੀ ਕਹਿੰਦਾ ਮੋਹਨ ਘਰ ਆਵੋ ਕਰੂੰ ਜਦਰੀਆ। ਤਰਲੇ ਲੈਂਦਾ ਹੈ ਕਿ ਮਿਲਣ ਦੇ, ਇਸ ਜੀਵਨ ਦੀ ਬਾਜੀ ਨੂੰ ਜਿੱਤਣ ਦੇ, ਇਸ ਜੀਵਨ ਦੀ ਬਾਜੀ ਨੂੰ ਜਿੱਤਣ ਦੇ ਤਰਲੇ ਲੈਂਦਾ ਹੈ। ਤੇ ਸਾਹਿਬ ਜੀ ਕਹਿੰਦੇ ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ, ਚੋਟ ਸਹਾਰੇ ਸ਼ਬਦ ਕੀ। ਲਓ ਕਮਾਲ ਦੀ ਬਾਤ ਹੈ, ਚੋਟ ਸਹਾਰੇ ਸ਼ਬਦ ਕੀ।
ਕਹਿੰਦੇ ਜਦੋਂ ਅੰਦਰ ਤਾਂਘ ਪੈਦਾ ਹੋ ਗਈ ਨਾ, ਤੇ ਫਿਰ ਕਹਿੰਦੇ ਜਿਹੜਾ ਇਹ ਸ਼ਬਦ ਭਾਗਾਂ ਵਾਲਾ ਮਨੁੱਖ ਗੁਰੂ ਦੇ ਸ਼ਬਦ ਦੀ ਚੋਟ ਜਿਹੜਾ ਸਹਾਰ ਲੈਂਦਾ ਹੈ, ਜਿਹੜਾ ਖਾ ਲੈਂਦਾ ਹੈ, ਕਹਿੰਦੇ ਨੇ ਦਾਸ ਗੁਰੂ ਮੈਂ ਦਾਸ, ਮੈਂ ਉਹ ਪੂਜਨਯੋਗ ਹੈ, ਭਾਵ ਸਤਿਕਾਰਯੋਗ ਹੈ। ਗੁਰੂ ਦਾ ਮਤਲਬ ਸੇਧ ਦੇਣ ਵਾਲਾ, ਮੈਂ ਵੀ ਉਹਦੇ ਜੀਵਨ ਤੋਂ ਕੁਝ ਸਿੱਖ ਲਵਾਂ, ਉਹ ਉਹਦੇ ਜੀਵਨ ਮਾਰਗ ਦੱਸੇ ਮਾਰਗ ਤੇ ਚੱਲ ਕੇ ਮੈਂ ਵੀ ਕੋਈ ਸੇਧ ਲੈ ਲਵਾਂ, ਮੈਂ ਵੀ ਉਹਦੇ ਵਿੱਚ ਕੋਈ ਸਿੱਖਿਆ ਪ੍ਰਾਪਤ ਕਰ ਲਵਾਂ। ਤੋ ਇਹ ਸ਼ਲੋਕ ਵਿੱਚ ਭਗਤ ਜੀ ਕਹਿੰਦੇ ਨੇ ਵੀ ਦੇਖੋ, ਇੱਕ ਪਾਸੇ ਉਹ ਲੋਕ ਨੇ ਇਸ ਜਗਤ ਅਖਾੜੇ ਦੇ ਵਿੱਚ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਦੇ ਨਾਲ ਲੜਾਈ ਲੜਨਾ ਹੀ ਨਹੀਂ ਚਾਹੁੰਦੇ। ਉਹ ਕਹਿੰਦੇ ਬਸ ਠੀਕ ਹੈ, ਲੰਮੇ ਪੈ ਜਾਓ, ਜੋ ਹੈਗਾ ਠੀਕ ਹੈ, ਹਾਰ ਮੰਨ ਲਓ ਤੇ ਆਨੰਦ ਲਓ, ਮੌਜਾਂ ਕਰੋ, ਬਸ ਇਹੋ ਹੀ ਸਾਡੀ ਜੀਵਨ ਹੈ। ਪਰ ਦੂਜੇ ਪਾਸੇ ਨੇ ਸ਼ਬਦ ਦੀ ਚੋਟ ਵੱਜਣ ਵਾਲੇ, ਉਹ ਕਰਦੇ ਨੇ ਮੁਕਾਬਲਾ ਇਸ ਜਗਤ ਅਖਾੜੇ ਵਿੱਚ। ਉਸ ਮੁਕਾਬਲੇ ਵਿੱਚ ਕਰਦਿਆਂ ਫਿਰ ਸ਼ਬਦ ਦੀ ਚੋਟ ਵੱਜਦੀ ਹੈ, ਤੇ ਸ਼ਬਦ ਦੀ ਚੋਟ ਜਿਹੜੀ ਉਹਨਾਂ ਦੇ ਵਿੰਨ ਕੇ ਉਹਦੇ ਮਿਲਾਪ ਤੱਕ ਲੈ ਜਾਂਦੀ ਹੈ, ਉਸ ਜਗਤ ਅਖਾੜੇ ਦੀ ਬਾਜੀ ਨੂੰ ਜਿੱਤ ਜਾਂਦੇ ਹਨ। ਸੋ ਇਹ ਜੰਗ ਲੜਨੀ ਜੇ ਪਵੇਗੀ, ਇਹ ਜੰਗ ਲੜਿਆ ਹੀ ਆਤਮਿਕ ਜੀਵਨ ਬਣਦਾ ਹੈ। ਜੇ ਅਸੀਂ ਜੰਗ ਨਹੀਂ ਲੜਦੇ, ਉਹਨਾਂ ਮਨਮੁਖਾਂ ਵਾਂਗੂ ਬਹਿ ਜਾਂਦੇ ਆ, ਤਾਂ ਫਿਰ ਆਤਮਿਕ ਜੀਵਨ ਨਹੀਂ ਬਣ ਸਕਦਾ। ਜੀਵਨ ਅਖਾੜੇ ਵਿੱਚ ਅਗਾਂਹ ਪੈਰ ਰੱਖਣ ਲਈ ਸਤਿਗੁਰੂ ਜੀ ਨੇ ਬਾਣੀ ਵਿੱਚ ਬਾਰ-ਬਾਰ ਪ੍ਰੇਰਨਾ ਕੀਤੀ ਹੈ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਭੋਲਿਆ ਦੇਖੀ ਕਿਤੇ ਪਿੱਛਾ ਮੁੜ ਕੇ ਨਾ ਵੇਖ ਲਈ, ਇਸ ਜੀਵਨ ਅਖਾੜੇ ਵਿੱਚ ਅਗਾਂਹ ਨੂੰ ਕਦਮ ਵਧਾ, ਹਮਲਾ ਮਾਰ, ਇਹ ਵਾਰੀ ਹੈ ਜੋ ਜੀਵਨ ਯੁੱਧ ਵਿੱਚੋਂ ਕਾਮਯਾਬ ਹੋਣ ਦੀ, ਇਸ ਜਗਤ ਅਖਾੜੇ ਨੂੰ ਜਿੱਤਣ ਦੀ, ਤਾਂ ਕਿ ਮੁੜ ਆ ਕੇ ਤੈਨੂੰ ਇਹ ਲੜਾਈ ਨਾ ਲੜਨੀ ਪਵੇ। ਦੇਖੀ ਬਾਰ-ਬਾਰ ਜਨਮਾਂ ਤੇ ਮਰਨਾਂ ਦੇ ਗੇੜ ਵਿੱਚ ਨਾ ਪੈਣਾ ਪਵੇ, ਬਾਰ-ਬਾਰ ਤੈਨੂੰ ਕਿਤੇ ਜਨਮ ਤੇ ਮਰਨ ਦੇ ਗੇੜ ਵਿੱਚ ਨਾ ਪੈਣਾ ਪਵੇ। ਮਾਰੂ ਦੀ ਵਾਰ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਹੜਾ ਬਚਨ ਲਿਖਦੇ ਨੇ, ਆਗਾਹਾਂ ਕੂ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੱਜ ਅਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਕਹਿੰਦੇ ਐਸਾ ਹਮਲਾ ਮਾਰ, ਇਸ ਜੀਵਨ ਯੁੱਧ ਵਿੱਚ ਇਸ ਤਰ੍ਹਾਂ ਕਾਮਯਾਬ ਹੋ ਕੇ ਜਾ, ਤਾਂ ਕਿ ਮੁੜ ਕੇ ਆ ਕੇ ਤੈਨੂੰ ਇਹ ਜਨਮ ਮਰਨ ਦੀ ਲੜਾਈ ਦੇ ਵਿੱਚੋਂ ਬਾਹਰ ਹੋ ਜਾਏ। ਬੋਰ ਨਾ ਹੋਵੇ ਜਨਮੜਾ ਦਾ ਮਤਲਬ ਇਹ ਲੜਾਈ ਦੁਬਾਰਾ ਨਾ ਲੜਨੀ ਪਵੇ, ਭਾਵ ਤੇਰਾ ਆਵਾਗਨ ਦਾ ਚੱਕਰ ਜਿਹੜਾ ਹੈ ਖਤਮ ਹੋ ਜਾਏ। ਅਗਾਂਹ ਕੂਤਰਾਂ ਪਿਛਾਂ ਨਾ ਮੁੜ ਕੇ ਦੇਖੀ, ਅੱਗੇ ਨੂੰ ਵੇਖ, ਭਾਵ ਕਿ ਵੇਖੀ ਕਿਤੇ ਮੋਢਾ ਪਿੱਛਾ ਨਾ ਮੋੜ ਲਈ, ਪਿੱਛਾ ਫੇਰ ਨਾ ਮੁਰੜਾ ਦਾ ਮੋਢਾ ਪਿੱਛੇ ਨੂੰ ਘੁਮਾ ਕੇ ਨਾ ਦੇਖਦਾ ਨਹੀਂ। ਇਸ ਕਾਮ ਕ੍ਰੋਧ ਲੋਭ ਹੰਕਾਰ ਦੇ ਉਹਨਾਂ ਵੈਰੀਆਂ ਵੱਲ ਨਾ ਦੇਖੀ, ਉਹਨਾਂ ਨਾਲ ਹਮਲਾ ਮਾਰ, ਸਾਹਮਣੇ ਹੋ ਕੇ ਲੜ, ਪਿੱਠ ਦਿਖਾ ਕੇ ਨਹੀਂ ਇਸ ਰਣ ਭਵਨੀ ਵਿੱਚੋਂ ਭੱਜਣਾ। ਇਸ ਜਗਤ ਵਾਲੇ ਅਖਾੜੇ ਵਿੱਚ ਪਿੱਠ ਨਹੀਂ ਦਿਖਾਉਣੀ, ਇਸ ਜਗਤ ਅਖਾੜੇ ਵਿੱਚ ਸਾਹਮਣੇ ਹੋ ਕੇ ਲੜਨਾ ਹੈ। ਤੇ ਸਾਹਮਣੇ ਹੋ ਕੇ ਲੜ ਕਿਹਦੇ ਨਾਲ? ਕਾਮ ਨਾਲ, ਕ੍ਰੋਧ ਨਾਲ, ਲੋਭ ਨਾਲ, ਮੋਹ ਨਾਲ, ਹੰਕਾਰ ਨਾਲ, ਮਨ ਰਾਜੇ ਸੁਲਤਾਨ ਨਾਲ। ਉਹ ਲੜਾਈ ਲੜ ਜਿਹੜਾ ਬੈਠਾ ਹੋਇਆ ਆਪਣਾ ਹੁਕਮ ਚਲਾ ਰਿਹਾ ਹੈ। ਤੇ ਇਸ ਜੀਵਨ ਯੁੱਧ ਵਿੱਚੋਂ ਕਾਮਯਾਬ ਹੋ ਕੇ ਜਾ, ਇਹੋ ਹੀ ਵਾਰੀ ਸਿੱਜ ਅਵੇਹਾ ਵਾਰ, ਇਹੋ ਜਿਹਾ ਵਾਰ ਕਰ ਕਿਹੜਾ ਬੋਰ ਨਾ ਹੋਵੀ ਜਨਮੜਾ, ਵੀ ਤੈਨੂੰ ਦੁਬਾਰਾ ਇਹ ਲੜਾਈ ਨਾਲ ਲੜਨੀ ਪਵੇ, ਦੁਬਾਰਾ ਤੇਰਾ ਜਨਮ ਨਾ ਹੋਵੇ, ਭਾਵ ਜਨਮ ਮਰਨ ਦੇ ਗੇੜ ਵਿੱਚ ਤੈਨੂੰ ਨਾ ਪੈਣਾ ਪਵੇ। ਪਰ ਦੁਨੀਆ ਵਿੱਚ ਅਸੀਂ ਵੇਖਦੇ ਹਾਂ ਬਹੁਤ ਥੋੜੇ ਬੰਦੇ ਇਸ ਜਿਹੇ ਹੁੰਦੇ ਨੇ ਜੋ ਜ਼ਿੰਦਗੀ ਦੇ ਇਸ ਅਖਾੜੇ ਨੂੰ ਉਸ ਪੱਖ ਤੋਂ ਦੇਖਦੇ ਨੇ ਜਿਸ ਪੱਖ ਤੋਂ ਭਗਤ ਕਬੀਰ ਜੀ ਨੇ ਵੇਖਿਆ ਹੈ। ਬਹੁਤ ਥੋੜੇ ਬੰਦੇ ਨੇ। ਆਮ ਤੌਰ ਤੇ ਲੋਕ ਜੀਵਨ ਬਾਰੇ ਇਹੋ ਜਿਹੀਆਂ ਗੱਲਾਂ ਨੂੰ, ਜਗਤ ਅਖਾੜੇ ਵਿੱਚ ਲੜਾਈ ਲੜਨ ਦੀਆਂ ਗੱਲਾਂ ਨੂੰ ਬੇਲੋੜਵੀਆਂ ਤੇ ਐਵੇਂ ਭੁੰਤਰਾਂ ਜਿਹੀਆਂ ਆਖ ਕੇ ਰੱਦ ਕਰ ਦਿੰਦੇ ਨੇ ਵੀ ਛੱਡੋ, ਇਹਨਾਂ ਚੋਂ ਕੀ ਲੈਣਾ, ਇਹ ਤਾਂ ਗਿਆਨੀ ਹੈ, ਇਹ ਤਾਂ ਆਪਣੇ ਪਾਸੇ ਲੱਗਾ, ਇਹਦਾ ਕਿਹੜੀ ਗੱਲ ਹੈ, ਇਹਨੂੰ ਛੱਡੋ ਜੀ। ਆਮ ਤੌਰ ਤੇ ਦੁਨੀਆ ਇਹੋ ਜਿਹੀ ਕਰਦੀ ਹੈ, ਪੈਸਾ ਕਮਾਓ, ਐਸ਼ ਕਰੋ, ਦੁਨੀਆ ਵਿੱਚ ਵਿਚਰੋ, ਕਰਨਾ ਕੀ ਹੈ ਇਹ ਜੀ, ਹਰ ਵੇਲੇ ਰੱਬ ਦੀ ਬੰਦਗੀ ਕਰਦੇ ਰਹੋ, ਨਾਮ ਜਪਦੇ ਰਹੋ, ਸ਼ਬਦ ਲਓ। ਭਲਾ ਦੱਸੋ, ਸ਼ਬਦ ਜਪ, ਨਾਮ ਜਪਣ ਵਾਲਾ ਪੈਸਾ ਨਹੀਂ ਕਮਾ ਸਕਦਾ? ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ ਬਿਜ਼ਨਸ ਨਹੀਂ ਕਰ ਸਕਦਾ? ਬੰਦਗੀ ਕਰਨ ਵਾਲਾ ਚਾਕਰੀ ਨਹੀਂ ਕਰ ਸਕਦਾ? ਕਿਹੋ ਜਿਹੇ ਸਵਾਲ ਸਾਡੇ ਸਾਹਮਣੇ ਰੱਖ ਦਿੰਦੇ ਨੇ। ਅੱਗੋਂ ਜਵਾਬ ਦਿੰਦੇ ਨੇ ਜਿਹੜੇ ਧੰਦਿਆਂ 'ਚ ਉਲਝੇ ਹੋਏ ਹਨ। ਆਮ ਹੀ ਉਹਨਾਂ ਦੀ ਗੱਲ ਹੁੰਦੀ, ਲਓ ਮੈਨੂੰ ਇਹ ਚੋਂ ਕੀ ਖੱਟੀ ਹੋਏਗੀ, ਅਸੀਂ ਕੀ ਖੱਟਣਾ ਇਹਦੇ ਵਿੱਚੋਂ, ਇਹ ਤਾਂ ਗਿਆਨੀਆਂ ਦਾ ਕੰਮ ਹੈ। ਸਭ ਤੋਂ ਪਹਿਲਾਂ ਪੇਟ ਨਾਲ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੁੱਟੀਆਂ ਦੀ ਕਹਾਣੀ ਸੱਟ ਕਹਿ ਕੇ ਸੁਣਾ ਦੇਣਗੇ। ਕਈ ਅਵਤਾਰ ਮਹਾਂਪੁਰਖ ਧਰਤੀ ਤੇ ਆਉਂਦੇ ਰਹੇ, ਪਰ ਦੁਨੀਆ ਇਸ ਵੇਲੇ ਵੀ ਉਹੋ ਜਿਹੀ ਸੀ, ਅੱਜ ਵੀ ਉਹੋ ਜਿਹੀ ਹੈ, ਸਦੀਆਂ ਬਾਅਦ ਵੀ ਉਹੋ ਜਿਹੀ ਹੋਏਗੀ। ਦੁਨੀਆ ਵਿੱਚ
हर तरह के मनुख जिहड़े ने वो मिलणगे। माफ करना जी। पर इन्हां नूं ये नहीं पता, भोलिओ, एक कहावत है पंजाबी दी, बंदा जोड़े पली पली ते रब रड़ावे कुप्पा। ये कहानी एक जिहड़ी एवें नहीं बनी, ये कहावत एवें नहीं बनी। पता है कि किन्ने सालां दा कमाई हुई दौलत रब ने इक्को वेले डोल देनी है, इक्को वेले रोड़ के लै जानी है। कभी पता, कभी सोचा? जिसनूं तू ही कहना है कमाई करनी है, जिस जगत अखाड़े विच जिहदे खातर तू जीवन दे दिन गुजारी जाना है, कभी देखिया इस कहानी नूं? जे नहीं तो दुनिया के इतिहास विच झात मार के देख लो, अपने जीवन काल में झात मार के देख लो। सुनामियां आउंदियां ने, लखां दी दुनिया विच लोकां गिणती विच लोकां नूं रोड़ के लै जांदी ने। हड़ आउंदे ने, काल पैंदे ने, होर की जाना करोना नूं देख लो। आ वायरस आया, पता नहीं 3.25 लाख बंदा तो दुनिया अमरीका विच ही मर गया, हुण तक मर चुका अजे तक, और 5 लाख की गिनती पहुंच जाएगी होर 2-3 महीनों जिस हिसाब नाल इत्थों दी स्पीड चलती है। रोज़ 2,500 3,000 2,500 3,000 रोज़ मौत। ये पता सानू किसी नूं? रब दी खेड़ दा किसी नूं पता है भी ये तो सारा कुछ जिहड़ा है ये तबाह करन लग्या 1 मिनट नहीं लगदा। धंधियां विच फसी दुनिया कई तरह दीयां टुचना डा के इस जीवन के घोल नूं टालन दा यतन करदे हन भी छड्डो की करना लड़ के। पर बहुते इस श्रेणी च हुंदे ने जिन्हां कोल धन जायदाद बहुत हुंदी है, जिन्हां नूं कंमकार वल्लों वेल ही नहीं मिलदी, वो सुख रहने बन चुके हैं। धन पदार्थां की बहुताल के कारण काम वासना विच इन्ने डुब जाते हैं कि उन्हां नूं दीन दुनिया की होर कोई गल याद ही नहीं रहिंदी। दिन गुजर गए, वो तो दतार की होंद तो ही मुकर जाते हैं, क्योंकि अवतार दतार भी है। बस हर वेले लोगों का खून पीना, माया इकट्ठी करनी, रत पीना, सुभाव मलक भागो वर्गा बन जाना। मलक भागो भी तो इहो कुछ करता सी ना। एहलकार सी जालिम खान दा मलक भागो, ते मलक भागो की करता सी? इहो कुछ जिन्हों गुरु नानक पातशाह ने जाके वंगार पाई। सतगुरु जी ने सच्चे पातशाह ने सीधी गल कही, वो मलक भागो तेरे इस ब्रह्म भोज विच गरीबां दा खून नजर आउंदा है। ते उन्हें कहा पातशाह देखिया नहीं, खाधा नहीं, पीता नहीं। बड़ा वधिया जवाब सी मलक भागो, किक्कड़ दे बीज नूं कंडे नहीं हुंदे, पर जिस धरती विच बीज दईए उस धरती विच किक्कड़ दा रुख पैदा हुंदा जित्थों लंबियां सूलां लगदियां हन, कोई अंगूर नहीं लग सकदे। इहो कुछ ही है। ਜਿਹੜੇ ਲੋਕ ਦਾਤਾਰ ਦੀ ਹੋਂਦ ਤੋਂ ਹੀ ਮੁੱਕਰ ਜਾਂਦੇ ਨੇ, ਇਸ ਜਗਤ ਅਖਾੜੇ ਵਿੱਚੋਂ ਜਗਤ ਅਖਾੜੇ ਵਿੱਚੋਂ ਉਸ ਕਰਤਾਰ ਨੂੰ ਹੀ ਵਿਸਾਰ ਦਿੰਦੇ ਨੇ, ਉਹਨਾਂ ਦਾ ਜੀਵਨ 'ਚ ਕੀ ਹਾਲ ਹੈ? ਇਹੋ ਹੀ ਆਚਰਨ ਕੋਈ ਨਹੀਂ, ਕਿਰਦਾਰ ਕੋਈ ਨਹੀਂ, ਕਰੈਕਟਰ ਕੋਈ ਨਹੀਂ, ਜੀਵਨ ਦੀ ਬਾਜੀ ਹਾਰਦੇ ਨੇ। ਸਮਾਜ ਦੇ ਵਿੱਚ ਗਿਰਾਵਟ ਦੀ ਚੋਟੀ ਤੇ ਅੱਪੜਨ ਦਾ ਕਾਰਨ ਕੀ ਹੈ? ਅੱਜ ਸਮਾਜ ਵਿੱਚ ਬਲਾਤਕਾਰ, ਸਮਾਜ ਵਿੱਚ ਡਾਕੇ, ਸਮਾਜ ਵਿੱਚ ਚੋਰੀਆਂ सोसाइटी क्यों होंदियां ने? क्यों होंदियां ने? जिथे इंसान रब की होंद नूं भुल जाता है, जिथे परमेश्वर की होंद नूं भुल जाता है, उत्थे उस जगत अखाड़े विच इहो कुछ वापरदा है। पर ख्याल करियो, ये कहानी कोई थोड़ी चिरी नहीं है, अज दी नहीं है। गुरु नानक पातशाह जी के जीवन काल तो आपां लईए, जिथों आपां गल आरंभ कीती सी भी भारत विच पठाणा की बादशाही चलती आउंदी सी, और पठाणा की बादशाही का खत्म होने का कारण उन्होंने रंगीले बन जाना सी। काबलों चल के बाबर आया, उन्हें आके पहला भेरे नूं आके जित्तिया, फिर सियालकोट ते आके अपनी ईन मना ली। अहमदाबाद के पठान हाकमां तक खबरां पहुंच रही सन कि सियालकोट तो बाबर उन्हां वल हमला करेगा, पर विषयां दीयां रंग रलियां विच उन्हां दी सुध बुध टिकाणे ही नहीं सी। आखिर जिस वेले जमकर मुगल जम रूप विच बाबर आ गया, जीवन की बाजी हार चुके, उन्हां पठाणा ने पीरां फकीरां दा आसरा लेना शुरू किया, कलामां पढ़नियां शुरू कीतियां,
ਅਸੀਂ ਮੁਗਲਾਂ ਦੀ ਫੌਜ ਨੂੰ ਅੰਨੇ ਕਰ ਦਿਆਂਗੇ, ਪਰ ਕੋਈ ਮੁਗਲ ਨਾ ਹੋਆ ਅੰਧਾ। ਜਿਨ੍ਹਾਂ ਨੂੰ ਵੇਲੇ ਸਿਰ ਕਦੀ ਇਹ ਗੱਲ ਯਾਦ ਹੀ ਨਹੀਂ ਸੀ ਆਈ, ਉਹਨਾਂ ਨੇ ਬੰਦੂਕਾਂ ਵੀ ਉਹਨਾਂ ਦੀਆਂ ਭਰੀਆਂ ਭਰਾਈਆਂ ਰਹਿ ਗਈਆਂ। ਕਹਿੰਦੇ ਪਠਾਨਾਂ ਦੇ ਹੱਥਾਂ ਵਿੱਚ ਬੰਦੂਕਾਂ ਸਨ ਤੇ ਇਹਨਾਂ ਦੇ ਹੱਥ ਵਿੱਚ ਕੱਖ ਵੀ ਨਹੀਂ। ਇਹਨਾਂ ਦੇ ਹੱਥ ਕੀ ਸੀ? ਮੰਤਰ ਜੰਤਰ। ਇੱਕ ਪਾਸੇ ਮੰਤਰ ਜੰਤਰ, ਇੱਕ ਪਾਸੇ ਬੰਦੂਕਾਂ। ਦੱਸੋ ਕਹਾਣੀ ਕਿੱਥੇ ਖੜੀ ਸੀ? ਇੱਕ ਪਾਸੇ ਅਯਾਸ਼ੀ ਤੇ ਇੱਕ ਪਾਸੇ ਯੋਧੇ ਲੜਨ ਵਾਲੇ। ਬਾਬਰ ਦੇ ਯੋਧੇ ਹਨ, ਇਹ ਅਯਾਸ਼ੀ ਵਿੱਚ ਫਸੇ ਹੋਏ ਹਨ। ਇੱਥੋਂ ਦੇ ਜਿਹੜੇ ਪਠਾਨ ਸੀ, ਮੁਗਲਾਂ ਨੂੰ ਜਿਹੜੇ ਸੀ ਉਹਨਾਂ ਨੇ ਨਿਸ਼ਾਨੇ ਬੰਨੇ, ਮਾਰ ਦਿੱਤੇ, ਖਤਮ ਕਰ ਦਿੱਤੇ, ਸਾਰੀ ਬਰਬਾਦੀ ਕਰ ਦਿੱਤੀ। ਸਰਦਾਰੀ ਖਤਮ ਹੋ ਗਈ। ਹਕੂਮਤ ਦੇ ਨਸ਼ੇ ਤੋਂ, ਧਨ ਦੀ ਬੋਲਤਾ ਤੋਂ ਇਹ ਜੀਵਨ ਦੀ ਜਾਂਚ ਹੀ ਭੁੱਲ ਗਏ। ਜਿਹੜੀਆਂ ਚੀਜ਼ਾਂ ਐਸ਼ੋ ਇਸ਼ਰਤ ਦੇ ਪਦਾਰਥਾਂ ਵਿੱਚ ਜਿਹੜੀਆਂ ਕੌਮਾਂ, ਹੁਣ ਮੈਂ ਅਗਲੀ ਬੇਨਤੀ ਕਰਾਂ, ਜਿਹੜੀਆਂ ਕੌਮਾਂ ਜੀਵਨ ਸੰਗਰਾਮ ਦੀ, ਜੀਵਨ ਅਖਾੜੇ ਦੀ, ਜੀਵਨ ਯੁੱਧ ਦੀ ਅਸਲੀਅਤ ਨੂੰ ਸਮਝਣ ਵੱਲੋਂ ਮੂੰਹ ਮੋੜ ਲੈਂਦੀਆਂ ਹਨ, ਉਹ ਕੌਮਾਂ ਵੀ ਇੱਕ ਦਿਨ ਮੂੰਹ ਭਾਰ ਤੇ ਜਾ ਕੇ ਡਿੱਗਦੀਆਂ ਹਨ। ਇਹ ਗੱਲ ਬੜੀ ਸਮਝਣ ਵਾਲੀ ਹੈ ਵੀ ਜਿਹੜੀਆਂ ਕੌਮਾਂ ਜੀਵਨ ਸੰਗਰਾਮ ਦੀ ਅਸਲੀਅਤ ਨੂੰ ਸਮਝਣ ਵਾਲੇ ਪਾਸਿਓਂ ਮੂੰਹ ਮੋੜ ਲੈਂਦੀਆਂ ਹਨ, ਉਹ ਕੌਮਾਂ ਵੀ ਮੂੰਹ ਭਾਰ ਤੇ ਜਾ ਕੇ ਡਿੱਗਦੀਆਂ ਹਨ। ਅਹਿਮਦਾਬਾਦ ਦੇ ਪਠਾਨਾਂ ਦਾ ਅੱਖੀਂ ਵੇਖੀ ਜਿਹੜੀ ਹਾਲਤ ਸੀ, ਉਹ ਗੁਰੂ ਪਾਤਸ਼ਾਹ ਜੀ ਨੇ ਬਿਆਨ ਕੀਤੀ ਹੈ। ਇਸ ਜਰ ਕਾਰਨ ਘਣੀ ਵਿਗੁਤੀ, ਇੰਜਣ ਘਰੀ ਘਣੀ ਖੁਆਈ, ਪਾਪਾਂ ਬਾਜੋਂ ਹੋਵੈ ਨਾਈ, ਮੂਇਆ ਸਾਥ ਨਾ ਜਾਈ, ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲੈ ਚੰਗਿਆਈ, ਕੋਟੀ ਹੂੰ ਪੀਰ ਵਰਜ ਰਹਾਏ, ਜੋ ਮੀਰ ਸੁਣਿਆ ਧਾਇਆ, ਥਾਨ ਮੁਕਾਮ ਚਲੇ ਬਿਜ ਮੰਦਰ, ਮੁਛ ਵਿੱਚ ਕੋਇਰ ਰਲਾਇਆ। ਸਾਰੀ ਜਿਹਨੂੰ ਆਪਾਂ ਬਾਬਰ ਬਾਣੀ ਕਹਿੰਦੇ ਆ, ਬਾਬਰ ਬਾਣੀ ਫਿਰ ਗਈ। ਤਾਂ ਅਸਲ ਕਹਾਣੀ ਹੈ ਜੀਵਨ ਸੰਗਰਾਮ ਨੂੰ ਸਮਝਣ ਦੇ ਲਈ, ਉਹ ਹੈ ਕਵਨ ਕਾਜ ਸਿਰਜੇ ਜਗ ਭੀਤਰ, ਜਵਨ ਕਵਨ ਫਲ ਪਾਇਆ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਇਹ ਕੁਐਸਚਨ ਹੈ ਸਾਡੇ ਅੱਗੇ। ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਆਇਆ, ਮੁੜ ਮੁੜ ਕੇ ਸਾਨੂੰ ਇਹ ਚੇਤਾਵਨੀ ਮਿਲਦੀ ਹੈ ਵੀ ਤੂੰ ਜਗਤ ਵਿੱਚ ਕੀ ਕਰਨ ਆਇਆ ਹੈ, ਤੇ ਨਾਲ ਹੀ ਚੇਤਾਵਨੀ ਮਿਲਦੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਜੀਵਨ ਦੀ ਬਾਜੀ ਹਾਰ ਕੇ ਨਾ ਚਲਾ ਜਾਈ, ਜੀਵਨ ਦੀ ਬਾਜੀ ਜਿੱਤ ਕੇ ਜਾਈ, ਕਿਉਂਕਿ ਇੱਕ ਫਕੜਿਆਂ ਵਿੱਚ ਪੈ ਕੇ ਜੀਵਨ ਦੀ ਬਾਜੀ ਹਾਰ ਜਾਂਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਹ ਜਿਹੜੇ ਜੀਵਨ ਅਖਾੜੇ ਦੀ ਕਹਾਣੀ ਸਾਨੂੰ ਸਮਝਾਈ ਹੈ, ਉਹ ਇਹੋ ਹੀ ਹੈ ਵੀ ਅਸੀਂ ਇਸ ਅਜੀਵਨ ਅਖਾੜੇ ਵਿੱਚ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਣਾ। ਇਹ ਅਖਾੜਾ ਹੈ, ਯੁੱਧ ਹੋਣਗੇ, ਕਾਮ ਕ੍ਰੋਧ ਲੋਭ ਹੰਕਾਰ ਦੀਆਂ ਲੜਾਈਆਂ ਲੜਨੀਆਂ ਪੈਣਗੀਆਂ। ਵਿਸਲੇ ਹੋ ਕੇ ਬੈਠ ਜਾਈਏ, ਇਹਨਾਂ ਨੂੰ ਵਿਸਾਰ ਦਈਏ, ਭੁੱਲ ਜਾਈਏ, ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਫਸ ਜਾਈਏ, ਇਸ ਜਗਤ ਅਖਾੜੇ ਚੋਂ ਹਾਰ ਕੇ ਚਲੇ ਜਾਵਾਂਗੇ। ਤੇ ਜੇ ਇਹਨਾਂ ਦੀ ਗੱਲ ਸਮਝ ਆ ਜਾਏ, ਇਹ ਗੱਲ ਪੱਲੇ ਪੈ ਜਾਏ, ਫਿਰ ਲੜਾਈ ਤਾਂ ਲੜਨੀ ਪਵੇਗੀ। ਲੜਾਈ ਲੜਨ ਲਈ ਮਿਹਨਤ ਦੀ ਲੋੜ ਹੈ। ਸਵੇਰੇ ਉੱਠਣਾ ਪੈਂਦਾ, ਚਲਾਂਗੇ ਉੱਠ ਨਾਮ ਜਪ ਨਿਸਬਾਸਰ ਔਰਾਦ, ਤੇ ਕਾਰਾ ਤੁਝੇ ਨਾ ਵੈ ਪਈ ਨਾਨਕ, ਮਿਟੇ ਉਪਾਧ ਦੀ ਗੱਲ ਜਿਹੜੀ ਹੈ ਉਹ ਸਮਝਣੀ ਪਏਗੀ। ਤਾਂ ਇਹ ਮਿਹਨਤ ਦੀ ਲੋੜ ਹੈ, ਮਿਹਨਤ ਦਾ ਮਾਰਾ ਹੈ। ਇਸ ਜਗਤ ਅਖਾੜੇ ਵਿੱਚ ਜਿਹੜਾ ਬੰਦਾ ਇਸ ਮਿਹਨਤ ਦੇ ਮਾਰਗ ਤੇ ਚੱਲਦਾ ਹੈ, ਉਹ ਕਹਿੰਦਾ ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਾਹ ਬੈਸਣ ਪਾਈਏ, ਕਹੋ ਨਾਨਕ ਬਾਂਹ ਲੜਾਈਏ। ਉਹ ਬਾਹਾਂ ਉਲਾਰ ਕੇ ਜਾਂਦਾ, ਮੈਂ ਜਗਤ ਅਖਾੜੇ ਦੀ ਬਾਜੀ ਜਿੱਤ ਲਈ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ।